ਜਿਸ ਤਰ੍ਹਾਂ ਤੁਸੀਂ ਕਹੋ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਵੀਰ ਹਰਜੀਤ ਸਿੰਘ ਜੀ ਜੋ ਪਿਛਲੇ 5 ਹਫ਼ਤਿਆਂ ਤੋਂ ਹੁਕਮ ਅਤੇ ਹਉਮੈ ਦੇ ਵਿਸ਼ੇ ਦੀ ਲੜੀਵਾਰ ਵਿਚਾਰ ਕਰ ਰਹੇ ਹਨ। ਅੱਜ ਉਸ ਵਿਸ਼ੇ ਦੀ ਆਖਰੀ ਕੜੀ ਆਪ ਜੀ ਨਾਲ ਸਾਂਝੀ ਕਰਾਂਗੇ। ਉਹਨਾਂ ਨੂੰ ਬੇਨਤੀ ਹੈ ਕਿ ਹੁਕਮ ਅਤੇ ਹਉਮੈ ਗੁਰਬਾਣੀ ਗੁਰਮਤਿ ਦੇ ਆਧਾਰ ਦੇ ਉੱਤੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨਗੇ। ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਹੁਕਮ ਅਤੇ ਹਉਮੈ ਦੇ ਵਿਸ਼ੇ ਤੇ ਅਸੀਂ ਪਿਛਲੇ 5 ਹਫ਼ਤੇ ਲਗਾਤਾਰ ਇਹਦੀ ਵਿਚਾਰ ਕੀਤੀ ਹੈ। ਇਹ ਵਿਸ਼ਾ ਬਹੁਤ ਵਿਸਥਾਰ ਮੰਗਦਾ ਹੈ। ਜਿੰਨਾ ਕਿ ਇਹਨੂੰ ਅੱਗੇ ਅੱਗੇ ਤੁਰੇ ਚੱਲੋ, ਇਹਦੀਆਂ ਹੋਰ ਵਿਚਾਰਾਂ ਮਨ ਦੇ ਵਿੱਚ ਆਉਂਦੀਆਂ ਜਾਂਦੀਆਂ ਹਨ। ਇੱਕ ਪਾਸੇ ਹੁਕਮ ਹੈ, ਇੱਕ ਪਾਸੇ ਹਉਮੈ ਹੈ। ਜੀਵ ਦੀ ਪਰਮਾਤਮਾ ਨਾਲ ਇੱਕ ਮਿਕਤਾ ਕਿਵੇਂ ਹੋਵੇ, ਉਹ ਹੈ ਹੁਕਮ ਰਜ਼ਾਈ ਚੱਲਣਾ। ਪਰ ਹੁਕਮ ਰਜ਼ਾਈ ਚੱਲਣ ਵਿੱਚ ਸਭ ਤੋਂ ਵੱਡੀ ਰੁਕਾਵਟ ਮੈਂ ਹੈ, ਵੱਖਰੀ ਹੋਂਦ ਹੈ, ਜਿਹਨੂੰ ਹਉਮੈ ਕਿਹਾ ਜਾਂਦਾ ਹੈ। ਹਉਮੈ ਨਾਲ ਭਰੇ ਹੋਏ ਮਨ ਨਾਲ ਜਿਹੜੇ ਵੀ ਕਰਮ ਜਾਂ ਖਿਆਲ ਪੈਦਾ ਹੁੰਦੇ ਹਨ, ਉਹ ਸਾਰੇ ਹੀ ਭਰਮ ਭੁਲਾਵਾ ਤੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾਣ ਵਾਲੇ ਹੁੰਦੇ ਹਨ। ਇਸ ਹਉਮੈ ਨੂੰ ਮਾਰਨਾ ਸੌਖੀ ਬਾਤ ਨਹੀਂ ਹੈ, ਕੋਈ ਬਦਲਣਾ ਸੌਖੀ ਗੱਲ ਨਹੀਂ। ਮਨ ਦੀ ਰੰਗਤ ਵਿੱਚ ਕਈ ਤਰ੍ਹਾਂ ਦੇ ਖਿਆਲ, ਕਈ ਜਨਮਾਂ ਦੇ ਖਿਆਲ, ਕਈ ਕਰਮਾਂ ਦਾ ਨਿਚੋੜ ਜੋ ਅਸੀਂ ਕੀਤਾ ਹੋਇਆ ਹੈ, ਅਸੈਂਸ ਹੈ ਇਸ ਮਨ ਦੇ ਵਿੱਚ, ਜਿਹਨੂੰ ਅਸੀਂ ਹਵਾੜ ਕਹਿ ਦਿੰਦੇ ਹਾਂ। ਇਸ ਨੂੰ ਬਦਲਣ ਲਈ, ਇਸ ਰੰਗਤ ਨੂੰ, ਇਸ ਵਿਚਾਰਾਂ ਨੂੰ ਬਦਲਣ ਲਈ ਉਦਮ ਦੀ, ਦ੍ਰਿੜਤਾ ਦੀ ਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਜੋ ਮੌਜੂਦਾ ਕਰਮ ਹਨ ਜਾਂ ਸਾਡੇ ਖਿਆਲ ਹਨ, ਉਹਨਾਂ ਉੱਤੇ ਹਉਮੈ ਦੀ ਪਾਹ ਚੜੀ ਹੋਈ ਹੈ। ਪਹਿਲਾਂ ਇਹ ਮਨ 'ਚ ਗੱਲ ਪੱਕੀ ਹੋਣੀ ਚਾਹੀਦੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ, ਜੇ ਅਸੀਂ ਹੁਕਮੀ ਬੰਦੇ ਬਣਨਾ ਚਾਹੁੰਦੇ ਹਾਂ। ਸੱਚਮੁੱਚ ਹੁਕਮੀ ਬੰਦੇ ਬਣਨਾ ਚਾਹੁੰਦੇ ਹਾਂ ਤਾਂ ਫਿਰ ਇਹ ਰੰਗਤ ਨੂੰ ਬਦਲਣਾ ਬੜਾ ਜ਼ਰੂਰੀ ਹੈ। ਪਰ ਇਹ ਨਿਰੇ ਬੁਰੇ ਦਿਮਾਗੀ ਸਿਆਣਪਾਂ, ਦਿਮਾਗੀ ਬਾਹਰਲਾ ਗਿਆਨ, ਉਕਤੀਆਂ ਜੁਗਤੀਆਂ ਜਾਂ ਫਿਲਾਸਫੀਆਂ ਨਾਲ ਇਹ ਨਹੀਂ ਬਦਲੀ ਜਾ ਸਕਦੀ। ਇਹ ਚੇਂਜ ਦਿਮਾਗੀ ਗਿਆਨ ਨਾਲ ਨਹੀਂ ਆਉਂਦੀ, ਉਕਤੀਆਂ ਜੁਗਤੀਆਂ ਦੇ ਨਾਲ ਨਹੀਂ ਆਉਂਦੀ, ਤੁੱਕਿਆਂ ਨਾਲ ਨਹੀਂ ਆਉਂਦੀ। ਕਿਉਂਕਿ ਇਹਨਾਂ ਵਿੱਚ ਵੀ, ਇਸ ਬਾਹਰੀ ਮੁਖੀ ਗਿਆਨ ਵਿੱਚ ਵੀ, ਇਹਨਾਂ ਉਗਤੀਆਂ ਜੁਗਤੀਆਂ ਵਿੱਚ ਵੀ ਹਉਮੈ ਦਾ ਅੰਸ਼ ਹੁੰਦਾ ਹੈ। ਹਉਮੈ ਛੁਪੀ ਹੋਈ ਹੁੰਦੀ ਹੈ।
ਡਿਸਗਾਈਜ਼ਡ ਹਉਮੈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੁੰਦੀ ਹੈ। ਇਸ ਲਈ ਮਨ ਦੀ ਰੰਗਤ ਨੂੰ ਬਦਲਣ ਲਈ ਉਚੇਰੀ, ਚੰਗੇਰੀ ਤੇ ਚੰਗੀ ਸੰਗਤ ਕਰਨ ਦੀ ਲੋੜ ਪੈਂਦੀ ਹੈ। ਉਹ ਬੜੀ ਜ਼ਰੂਰੀ ਹੈ। ਜਿਉਂ-ਜਿਉਂ ਸਾਡੇ ਮਨ ਨੂੰ ਵਧੀਆ ਸੰਗਤ, ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਹੋਈ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਤਿਵੇਂ-ਤਿਵੇਂ ਇਸ ਤੋਂ ਹਉਮੈ ਦੀ ਮੈਲ ਘਟਦੀ ਜਾਏਗੀ। ਸਾਡੇ ਮਨ ਉੱਚੇ ਆਤਮਿਕ ਗੁਣਾਂ ਨੂੰ ਗ੍ਰਹਿਣ ਕਰਦਾ ਚਲਾ ਜਾਏਗਾ। ਵਸਤੂ ਮਾਹੇ ਬਸ ਸਮਾਵੇ, ਦੂਜੀ ਹੋਵੇ ਪਾਸ। ਇੱਕ ਵਸਤੂ ਜੇ ਪਾਣੀ ਹੋਵੇ ਤਾਂ ਇੱਕ ਵਸਤੂ ਨੂੰ, ਭਾਂਡੇ ਨੂੰ ਖਾਲੀ ਕਰਨਾ ਪੈਂਦਾ ਹੈ। ਜੇ ਅਸੀਂ ਸੰਗਤ ਦੇ ਗੁਣਾਂ ਨੂੰ ਧਾਰਨ ਕਰਨਾ ਹੈ ਤਾਂ ਫਿਰ ਸਾਨੂੰ ਮਾੜੀ ਸੰਗਤ, ਮਾੜੇ ਵਿਚਾਰਾਂ ਤੋਂ ਪਰਾਂ ਹਟਣਾ ਪਏਗਾ। ਜਿਵੇਂ ਜਿਵੇਂ ਇਹ ਮਨ ਸਾਡੇ ਗੁਣਾਂ ਨੂੰ ਗ੍ਰਹਿਣ ਕਰਦਾ ਜਾਏਗਾ, ਇਹ ਨਿਰਮਲ ਹੁੰਦਾ ਜਾਏਗਾ, ਪਵਿੱਤਰ ਹੁੰਦਾ ਜਾਏਗਾ। ਗੁਰੂ ਸਾਹਿਬ ਜੀ ਨੇ ਸੂਰਠ ਰਾਗ ਵਿੱਚ ਵੀ ਇਹ ਗੱਲ ਸਮਝਾਈ ਹੈ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਿਓ ਸਾਥੀ। ਪਿਆਰਿਆਂ ਦੀ ਸੰਗਤ ਨਾਲ ਇਹ ਹਉਮੈ ਦੀ ਮੈਲ ਜਿਹੜੀ ਹੈ ਉਹ ਉਤਰਦੀ ਹੈ। ਇਸ ਤਰ੍ਹਾਂ ਹੀ ਜਿਵੇਂ ਜਿਵੇਂ ਇਹ ਸੰਗਤ ਵਿੱਚ ਅਸੀਂ ਕਰਾਂਗੇ, ਬੈਠਾਂਗੇ, ਹੁਕਮ ਰਜਾਈ ਚੱਲਣ ਦੀ ਜਾਂਚ ਆਉਂਦੀ ਜਾਏਗੀ, ਫਿਰ ਅੰਦਰ ਅਨੁਭਵ ਪ੍ਰਕਾਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਅੰਦਰ ਚਾਨਣਾ ਉਹ ਹੋਣਾ ਸ਼ੁਰੂ ਹੁੰਦਾ ਹੈ। ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਫਰਕ ਸਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਹੁਕਮ ਦਾ ਤੇ ਹਉਮੈ ਦਾ ਫਰਕ ਸਾਨੂੰ ਸਮਝ ਸ਼ੁਰੂ ਹੋ ਜਾਏਗਾ ਵੀ ਇੱਕ ਸਾਡਾ ਆਪਣਾ ਭਾਣਾ ਹੈ, ਇੱਕ ਸਾਡੇ ਮਾਲਕ ਦਾ ਇਲਾਹੀ ਭਾਣਾ ਹੈ। ਗੁਰਬਾਣੀ ਵਿੱਚ ਇਸ ਅਨੁਭਵ ਪ੍ਰਕਾਸ਼ ਨੂੰ ਹੀ ਜਾਂ ਅੰਦਰੋਂ ਹੀ ਹੋਏ ਚਾਨਣੇ ਨੂੰ ਬੁੱਝਣਾ, ਸੁਝਣਾ, ਪਹਿਚਾਨਣਾ ਲਫ਼ਜ਼ ਵੀ ਵਰਤੇ ਗਏ ਹਨ। ਆਪੇ ਦੀ ਪਹਿਚਾਨ ਕਰਨੀ, ਇਹੋ ਹੀ ਆਪੇ ਦੀ ਪਹਿਚਾਨ, ਇਹੋ ਹੀ ਆਪਣੇ ਆਪ ਨੂੰ ਬੁੱਝਣਾ, ਇਹੋ ਹੀ ਆਪਣੇ ਆਪ ਦਾ ਗਿਆਨ, ਜਿਹੜਾ ਗੁਰਬਾਣੀ ਨੇ ਬਾਰ-ਬਾਰ ਬੰਦੇ ਖੋਜ ਦਿਲ ਹਰ ਰੋਜ਼ ਦੀ ਗੱਲ ਕੀਤੀ ਹੈ। ਅੰਦਰ ਖੁੱਜਣਾ ਇਹੋ ਹੀ ਹੈ। ਇਸ ਪ੍ਰਕਾਸ਼ ਤੋਂ ਬਿਨਾਂ ਜਾਂ ਇਸ ਗਿਆਨ ਤੋਂ ਬਿਨਾਂ ਸਾਡਾ ਮਨ ਹਉਮੈ ਦੇ ਭੁਲੇਖਿਆਂ ਵਿੱਚ ਫਸ ਕੇ ਹੀ ਆਪਣੇ ਮਰਜ਼ੀ ਮੁਤਾਬਕ ਹੀ ਚੱਲਦਾ ਰਹੇਗਾ ਅਤੇ ਜੋ ਹੁਕਮ ਰਜਾਈ ਚੱਲਣ ਦੀਆਂ ਬਰਕਤਾਂ ਹਨ ਉਹਨਾਂ ਤੋਂ ਵਾਂਝਾ ਹੀ ਤੁਰਿਆ ਜਾਏਗਾ। ਜੀਵਨ ਐਸੇ ਹੀ ਬਸਰ ਹੋ ਜਾਏਗਾ, ਜੀਵਨ ਇਸ ਤਰ੍ਹਾਂ ਹੀ ਬੀਤਦਾ ਜਾਏਗਾ। ਕਿਉਂਕਿ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਗੁਰਮਿਲ ਹੁਕਮ ਪਛਾਣਿਆ, ਪਰ ਹੁਕਮ ਦੀ ਪਛਾਣ ਗੁਰੂ ਨੂੰ ਮਿਲ ਕੇ ਹੁੰਦੀ ਹੈ। ਤਾਂ ਮਨ ਨੂੰ ਆਤਮਿਕ ਰੰਗਤ ਚਾੜਨ ਲਈ ਅਸੀਂ ਇਹ ਕਹਿ ਸਕਦੇ ਹਾਂ, ਨਾਮ ਅਭਿਆਸ ਦੀ ਕਮਾਈ, ਭਾਵ ਪਿਆਰੇ ਪਰਮੇਸ਼ਰ ਦੇ ਗੁਣਾਂ ਦੀ ਯਾਦ, ਅੰਤਰਮੁਖੀ ਹੋਣ ਦੀ ਲੋੜ ਪੈਂਦੀ ਹੈ। ਬਾਹਰਮੁਖੀ ਨਹੀਂ, ਕੇਵਲ ਮੂੰਹ ਨਾਲ ਬੋਲਣ ਦੀ ਨਹੀਂ ਜਾਂ ਮੂੰਹ ਤੋਂ ਗੱਲ ਕਰਕੇ ਨਹੀਂ, ਪਿਆਰ ਨਾਲ, ਪਿਆਰ ਦੀ ਰੰਗਤ ਉਹਦੇ ਤੇ ਚੜੀ ਜਾਵੇ। ਫਿਰ ਗੁਰੂ ਦੇ ਪਿਆਰਿਆਂ ਦੀ ਬਖਸ਼ਿਆ ਹੋਇਆਂ ਦੀ ਸੰਗਤ, ਤਾਂ ਹੀ ਅਸੀਂ ਕਹਿੰਦੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਸੰਗਤ ਹੋਣੀ ਵੀ ਜ਼ਰੂਰੀ ਹੈ। ਫਿਰ ਹੈ ਗੁਰਪ੍ਰਸਾਦ। ਸਭ ਤੋਂ ਵੱਡਾ ਕੰਮ ਹੈ ਗੁਰਪ੍ਰਸਾਦ। ਵਾਹਿਗੁਰੂ ਦੇ ਘਰ ਪਹੁੰਚਣ ਲਈ ਸਿਮਰਨ ਦਾ ਜਾਂ ਆਖਰੀ ਡੰਡਾ ਉਹ ਨਦਰ ਕਰਮ ਬਖਸ਼ਿਸ਼ ਹੈ। ਸਾਰੇ ਡੰਡਿਆਂ ਦੇ ਮਨੁੱਖ ਚੜ੍ਹ ਜਾਏ, ਸਿਖਰ ਤੇ ਜਾ ਕੇ ਜਦ ਤੱਕ ਇਹ ਡੰਡਾ ਨਹੀਂ ਹੁੰਦਾ ਉਹ ਆਪਣੇ ਘਰ ਨਹੀਂ ਪਹੁੰਚ ਸਕਦਾ। ਉਹਦੇ ਲਈ ਗੁਰਪ੍ਰਸਾਦ ਦੀ ਲੋੜ ਹੈ। ਗੁਰਪ੍ਰਸਾਦ ਹੋਣਾ ਬੜਾ ਜ਼ਰੂਰੀ ਹੈ। ਗੁਰਪ੍ਰਸਾਦ ਕੀ ਹੈ? ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਤੋਂ ਗੱਲ ਸਮਝ ਆ ਗਈ। ਸਿਆਣਪਾਂ, ਉਗਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਜਿਹੀ ਸੁੱਕੀ ਜਿਹੀ ਬਾਹਰਲੀ ਫਿਲਾਸਫੀ, ਹੱਠ ਧਰਮ, ਕਰਮਕਾਂਡ ਤੇ ਫੋਕਾ ਤਿਆਗ, ਇਹਨਾਂ ਦੇ ਨਾਲ ਅੰਦਰੋਂ ਹਉਮੈ ਦਾ ਪਰਦਾ ਨਹੀਂ ਨਿਕਲ ਸਕਦਾ, ਨਾ ਹੀ ਟੁੱਟ ਸਕਦਾ ਹੈ। ਇਹਨਾਂ ਸਭਨਾਂ ਦੇ ਵਿੱਚ ਸਗੋਂ ਹਉਮੈ ਦੀ ਕੋਈ ਨਾ ਕੋਈ ਸ਼ੋਅ ਜਿਹੜੀ ਹੁੰਦੀ ਹੈ, ਜਿਹੜੀ ਹੋਰ ਮਨੁੱਖ ਨੂੰ ਹਉਮੈ ਦੇ ਨਾਲ ਜੋੜਦੀ ਰਹਿੰਦੀ ਹੈ। ਸਭ ਤੋਂ ਉੱਚੀ ਸੁੱਚੀ ਤੇ ਸਭ ਤੋਂ ਵਧੀਆ ਜਿਹੜੀ ਪਿਉਂਦ ਹੈ, ਡਾਇਨਾਮਿਕ ਜਿਹਨੂੰ ਅਸੀਂ ਗ੍ਰਾਫਟਿੰਗ ਕਹਿੰਦੇ ਹਾਂ, ਉਹ ਇਲਾਹੀ ਪਿਆਰ ਹੈ। ਉਹ ਪਿਆਰੇ ਦਾ ਪਿਆਰ ਹੈ। ਬਸ
ਉਹਦੇ ਪਿਆਰ ਵਿੱਚ ਭਿੱਜਣਾ, ਉਹਦੇ ਪਿਆਰ ਵਿੱਚ ਰੰਗਣਾ, ਆਪਣੇ ਆਪ ਨੂੰ ਰੰਗਣਾ। ਇਹ ਸਭ ਤੋਂ ਵੱਡੀ ਇੱਕ ਸਾਡੀ ਜਿਹੜੀ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਲਈ ਜ਼ਰੂਰੀ ਚੀਜ਼ ਹੈ। ਸਬਲਾਈਨ ਐਂਡ ਡਾਇਨਾਮਿਕ ਗ੍ਰਾਫਟਿੰਗ ਇਹ ਹੋਣੀ ਬੜੀ ਜ਼ਰੂਰੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਮਨ ਰੇ ਕਿਉਂ ਛੂਟੈ ਬਿਨ ਪਿਆਰ, ਵੀ ਮਨ ਤੋਂ ਪਿਆਰ ਤੋਂ ਬਿਨਾਂ ਕਿਵੇਂ ਛੁੱਟ ਜਾਏਗਾ? ਉਹਦੇ ਨਾਲ ਪਿਆਰ ਨਹੀਂ ਪਾਇਆ ਤੇ ਕਿਵੇਂ ਛੁੱਟ ਜਾਏਗਾ? ਫਿਰ ਸਤਿਗੁਰੂ ਕਹਿੰਦੇ ਹੋਰ ਉਦਮ ਕਿਆ ਨੇ, ਕਿਆ ਜਪ ਕਿਆ ਤਪ ਸੰਜਮੋ, ਕਿਆ ਬਹੁਤ ਕੀਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ। ਉਹਦੀ ਭਗਤੀ ਨਹੀਂ ਹੋ ਸਕਦੀ ਜਦ ਤੱਕ ਸਾਨੂੰ ਇਹ ਜੁਗਤੀ ਨਹੀਂ ਆਈ। ਤੇ ਗੁਰੂ ਸਾਹਿਬ ਜੀ ਤੇ ਵੀ ਗੱਲ ਕਹੀ ਹੈ, ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਵੀ ਅਸੀਂ ਰੋਜ਼ ਸੋਈਆਂ ਦੇ ਬਾਣੀ 'ਚ ਅਸੀਂ ਪੜ੍ਹਦੇ ਹਾਂ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਸਾਡੀ ਆਤਮਾ ਦਾ ਪ੍ਰਭਾਵ ਫਿਰ ਸਾਡੇ ਮਨ ਉੱਤੇ ਵੱਧਦਾ ਹੈ। ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਥਾਂ ਦੇ ਉੱਤੇ ਫਿਰ ਤੂੰ ਤੇਰੀ ਦਾ ਪਿਆਰ ਵਧਣਾ ਸ਼ੁਰੂ ਹੁੰਦਾ ਹੈ। ਸੋਚ ਬਦਲਦੀ ਹੈ, ਮਨ ਦੇ ਉੱਤੇ ਪ੍ਰਭਾਵ ਅੰਤਰਮੁਖੀ ਹੋ ਕੇ ਪੈਂਦਾ ਆਤਮਾ ਦਾ। ਫਿਰ ਸਾਡੇ ਅੰਦਰ ਤੂੰ ਤੇਰੀ ਦੀ ਗੱਲਾਂ ਸ਼ੁਰੂ ਹੁੰਦੀਆਂ ਨੇ, ਫਿਰ ਤੂੰ ਕਰਤੇ ਦੀ ਗੱਲ ਆਉਂਦੀ ਹੈ। ਮੈਂ ਦੀ ਵਾਦੀ ਜਿਹੜੀ ਹੈ ਉਹ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਜਦੋਂ ਤੂੰ ਦੀ ਅਵਸਥਾ ਵਿੱਚੋਂ ਪੈਦਾ ਹੋਇਆ ਪਿਆਰ, ਪ੍ਰੀਤ, ਪ੍ਰੇਮ, ਰਸ, ਚਾਉ, ਬਸ ਇਹਦੇ ਨਾਲ ਹੀ ਸਾਡਾ ਹਉਮੈ ਦਾ ਭਰਮ ਭੁਲਾਵਾ ਦੂਰ ਹੋਏਗਾ। ਹਉਮੈ ਦਾ ਭਰਮ ਭੁਲਾਵਾ ਇਹਦੇ ਨਾਲ ਹੀ ਦੂਰ ਹੋਏਗਾ। ਸਾਨੂੰ ਫਿਰ ਪਤਾ ਲੱਗਣ ਲੱਗ ਪੈਂਦਾ, ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੈ ਸਰੀਰ, ਕਿਆ ਜਾਨੂ किछ हर किया प्यो कबीर कबीर। फिर तू करता तू हुआ, मुझ में रहा ना हो, जब आपा पर गया मिट गया, जब देखा तब तू। फिर ये अवस्था बनती है, फिर ये अवस्था बनती है, मेरा किया कछु ना होए, कर है राम होए है सोए। मेरे करने नाल की होना है, जो वाहिगुरू करेगा वही होएगा, जो परमेश्वर करेगा वही होएगा। ਇਸ ਤਰ੍ਹਾਂ ਸਾਡੇ ਮਨ ਨੂੰ ਫਿਰ ਰੱਬੀ ਪਿਆਰ ਦੀ ਇੱਕ ਪਿਉਂਦ ਚੜ੍ਹਦੀ ਹੈ। ਪਿਉਂਦ ਤਾਂ ਸਾਨੂੰ ਇਹ ਮਤਲਬ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਕਮ ਦੇ ਸਾਰੇ ਪਾਸੇ ਹੀ ਵਾਹਿਗੁਰੂ ਦਾ ਹੁਕਮ ਸਾਰੇ ਪਾਸੇ ਹੀ ਹੈ ਤੇ ਓਤ ਪੋਤ ਵਿੱਚ ਉਹ ਰਵਿਆ ਹੋਇਆ ਭਰਪੂਰ ਹੈ। ਸਾਡੀ ਨਿੱਕੀ ਜਿਹੀ ਹਉਮੈ ਦੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ ਇਸ ਜੀਵਨ ਦੇ ਵਿੱਚ। ਅਟਲ, ਅਭੁੱਲ, ਅਪਾਰ ਇੱਕ ਇਲਾਹੀ ਹੁਕਮ ਦੀ, ਉਸ ਕਰਤੇ ਦੇ ਹੁਕਮ ਦੀ ਰਵਾਨਗੀ, ਉਹਦੇ ਵੇਗ ਵਿੱਚ ਰੁੜਨਾ, ਜਾਂ ਇਉਂ ਕਹਿ ਲਈਏ ਉਹਦੇ ਭਾਣੇ ਵਿੱਚ ਸੁਰ ਹੋ ਕੇ ਚੱਲਣਾ, ਇੱਕ ਸੁਰ ਹੋ ਕੇ ਚੱਲਣਾ, ਇਹ ਸਾਡਾ ਫਰਜ਼ ਹੈ। ਇਹੋ ਹੀ ਸਾਡੇ ਲਈ ਲਾਭਦਾਇਕ ਤੇ ਕਲਿਆਣਕਾਰੀ ਹੋਏਗਾ। ਇਹੋ ਹੀ ਹੋਏਗਾ। ਜਦੋਂ ਇਸ ਅਵਸਥਾ ਵਿੱਚ ਇਨਸਾਨ ਪਹੁੰਚਦਾ ਹੈ, ਫਿਰ ਉਹ ਮਹਿਸੂਸ ਕੀ ਕਰਦਾ, ਜੋ ਤੂੰ ਕਰੇ ਕਰਾਵੇਂ ਸੁਆਮੀ, ਸਾਬ ਮਸਲਤ ਪ੍ਰਵਾਨ। ਇਹ ਹੈ ਹੁਕਮੀ ਬੰਦੇ ਦੀ ਨਿਸ਼ਾਨੀ। ਫਿਰ ਉਹ ਕਹਿੰਦਾ ਹਮ ਕਿਛ ਨਹੀਂ, ਇੱਕ ਹੈ ਉਹੀ। ਇਹ ਗੱਲਾਂ ਕਹਿੰਦਾ ਹੈ, ਮੈਂ ਨਹੀਂ ਪ੍ਰਭ ਤੂੰ ਸਭ ਕੁਛ ਤੇਰਾ। ਮੇਰਾ ਕੀ ਹੈ, मेरा मुझ में किछ नहीं, जो कुछ है सो तेरा, तेरा तुझको सौंपता है, क्या लागे मेरा। फिर तो यही बोली बोलता ना, काठ की पुत्री कहाँ करे काठ की पुत्री, लकड़ की पुत्री की करे, ये बपरी की करेगी। काठ की पुत्री कहाँ करे बपरी, खिलावन हरो जाने। वो तो खिलाने वाला जानता, मालिक जानता, मेरा की है। वो तो जे करावे सो करना दी अवस्था है। फिर मीत करे सोई हम जाना, मीर ते करतब कुशल समाना। फिर तो तत्ती तवी ते बैठ के भी यो ही बोल निकलते ने, उलाहनों मैं काहू ना दियो, मन मीठ तुहारो कियो। उलाहनों मैं काहू ना दियो, कोई लाभा नहीं।
ਕੋਈ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ। ਹੁਣ ਇੱਕ ਪਾਸੇ ਮਾਨਸਿਕ ਤੇ ਆਤਮਿਕ ਅਵਸਥਾ ਦੀ ਆਪਾਂ ਗੱਲ ਕਰੀਏ, ਹੁਣ ਤੁਲਨਾ ਕਰਕੇ ਦੇਖੀਏ। ਇੱਕ ਪਾਸੇ ਤਿੰਨਗੁਣੀ ਮਾਇਆ ਦੀ ਖੇਡ ਹੈ, ਦੂਜੇ ਪਾਸੇ ਆਤਮਿਕ ਪਿਆਰੇ ਦੀ ਖੇਡ ਹੈ। ਇੱਕ ਪਾਸੇ ਹਉਮੈ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਦੂਜੇ ਪਾਸੇ ਤੂੰ ਤੇਰੀ ਦੀ ਭਾਵਨਾ ਹੈ। ਦੋਨਾਂ ਦਾ ਕੰਪੈਰੀਜ਼ਨ ਕਰਕੇ ਦੇਖੀਏ ਜੀਵਨ ਦਾ ਤਾਂ ਸਮਝ ਆਉਂਦੀ ਹੈ। ਇੱਕ ਪਾਸੇ ਹਉਮੈ ਨਾਲ ਭਰਿਆ ਹੋਇਆ ਇਨਸਾਨ ਹੈ, ਦੂਜੇ ਪਾਸੇ ਆਤਮਿਕ ਨਾਲ ਭਰਪੂਰ ਗੁਣਾਂ ਨਾਲ ਭਰਿਆ ਹੋਇਆ ਹੈ। ਇੱਕ ਪਾਸੇ ਭਰਮ ਭੁਲੇਖਾ ਹੈ, ਦੂਜੇ ਪਾਸੇ ਅਨੁਭਵ ਪ੍ਰਕਾਸ਼ ਹੈ। ਇੱਕ ਪਾਸੇ ਸਾਡੀ ਮਨ ਮਰਜ਼ੀ ਹੈ, ਦੂਜੇ ਪਾਸੇ ਉਸ ਵਾਹਿਗੁਰੂ ਦਾ ਇਲਾਹੀ ਹੁਕਮ ਹੈ। ਇੱਕ ਪਾਸੇ ਆਪਣੀ ਮਰਜ਼ੀ ਵਿੱਚ ਚੱਲਣਾ ਹੈ, ਦੂਜੇ ਪਾਸੇ ਹੁਕਮ ਰਜਾਈ ਚੱਲਣਾ ਹੈ। ਹੁਣ ਆਪਣੇ ਆਪ ਨੂੰ ਤੋਲ ਕੇ ਦੇਖੀਏ ਅਸੀਂ ਕਿੱਥੇ ਖੜੇ ਹਾਂ, ਅਸੀਂ ਕਿੱਥੇ ਹਾਂ। ਇੱਕ ਪਾਸੇ ਮਨੁੱਖ ਫੋਕੇ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ, ਦੂਜੇ ਪਾਸੇ ਕਰਮ ਕਾਂਡਾਂ ਦੇ ਬੰਧਨਾਂ ਤੋਂ ਆਜ਼ਾਦ ਹੈ। ਇੱਥੇ ਮਾਇਆ ਦੀ ਖਿੱਚ ਹੈ, ਉੱਥੇ ਪ੍ਰੀਤ ਡੋਰੀ ਦੀ ਖਿੱਚ ਹੈ, ਪਿਆਰੇ ਦੇ ਪਿਆਰ ਦੀ ਡੋਰੀ ਨਾਲ ਬੱਝਿਆ ਹੋਇਆ ਹੈ। ਇੱਕ ਪਾਸੇ ਦੁੱਖ ਕਲੇਸ਼ ਹਨ, ਉੱਥੇ ਸਦਾ ਆਨੰਦ ਹੈ, ਸਦਾ ਕੁਸ਼ਲ ਹੈ, ਸਦਾ ਖੁਸ਼ੀ ਹੈ। ਇਸ ਹਉਮੈ ਨਾਲ ਭਰੇ ਹੋਏ ਮਨ ਵਿੱਚ ਈਰਖਾ, ਦੁਵੈਕ ਤੇ ਵਾਰ ਵਿਰੋਧ ਹਨ, ਉੱਥੇ ਮਿੱਤਰਤਾ ਹੈ, ਦੋਸਤੀ ਹੈ। ਸਭ ਕੋ ਮੀਤ ਹਮ ਆਪਣੀ ਕੀਨਾ ਹੈ। ਇੱਥੇ ਅਸ਼ਾਂਤੀ ਹੈ, ਉੱਥੇ ਸ਼ਾਂਤੀ ਹੈ। ਇੱਥੇ ਆਵਾਗਮਨ ਹੈ, ਉੱਥੇ ਬੌੜ ਨਾ ਮਰਨਾ ਹੈ। ਇੱਥੇ ਮੌਤ ਦਾ ਡਰ ਹੈ, ਉੱਥੇ ਕੋਈ ਮੌਤ ਦਾ ਭੈ ਨਹੀਂ। ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਉੱਥੇ ਤ੍ਰਿਪਤ ਅਗਾਏ ਹੈ, ਰੱਜਿਆ ਹੋਇਆ ਹੈ। ਉੱਥੇ ਦੂਜਾ ਭਾਵ ਹੈ, ਇੱਥੇ ਇੱਕੋ ਇੱਕ ਹੈ। ਬਸ ਉੱਥੇ ਇੱਛਾ ਹੈ, ਇੱਥੇ ਕੋਈ ਇੱਛਾ ਨਹੀਂ, ਨਿਰਇਛਤ ਹੈ। ਉਹਨੂੰ ਸਮਝ ਆ ਜਾਂਦੀ ਹੈ। ਉੱਥੇ ਸ਼ਿਕਾਇਤ ਹੈ, ਸ਼ਿਕਵੇ ਹਨ, ਇੱਥੇ ਸ਼ੁਕਰਾ ਹੈ, ਸ਼ੁਕਰਾਨਾ ਹੈ। ਇੱਥੇ ਬਸ ਸ਼ੁਕਰਾਨਾ ਹੈ। ਉੱਥੇ ਰੋਸ ਹੈ ਤੇ ਇਸ ਜੀਵਨ ਵਿੱਚ ਭਲਾ ਹੈ, ਆਨੰਦ ਹੈ, ਭਲਾ ਹੈ। ਇੱਕ ਪਾਸੇ ਰੋਸ ਹੈ, ਇੱਕ ਪਾਸੇ ਭਲਾ ਹੈ। ਤਾਂ ਇਹ ਮਾਨਸਿਕ ਅਵਸਥਾ ਜਿਹੜੀ ਹੈ, ਜਦੋਂ ਹਉਮੈ ਨਾਲ ਭਰੀ ਹੋਈ ਹੋਵੇ ਤਾਂ ਇਹਦੇ ਵਿੱਚ ਸਿਰਫ ਔਗਣ ਹੀ ਔਗਣ ਹੁੰਦੇ ਹਨ। ਅਸੀਂ ਜੋ ਵੀ ਖਿਆਲ, ਜੋ ਇੱਛਾ, ਜੋ ਰੀਝਾਂ, ਜੋ ਕਰਮ ਅਸੀਂ ਕਰਦੇ ਹਾਂ, ਇਹ ਸਭ ਹਉਮੈ ਨਾਲ ਭਰੇ ਹੋਏ ਹੁੰਦੇ ਨੇ। ਬਸ ਆਪਣੀ ਮਰਜ਼ੀ, ਜਿਵੇਂ ਕਹਿੰਦੇ ਮੈਂ, ਮੇਰੀ ਮਰਜ਼ੀ, ਇਹਦਾ ਮਤਲਬ ਅਸੀਂ ਉਸਦੇ ਆਪਣੇ ਭਾਣੇ ਵਿੱਚ ਚੱਲ ਰਹੇ ਹਾਂ, ਸਤਿਗੁਰੂ ਦੇ ਭਾਣੇ ਵਿੱਚ ਨਹੀਂ ਆਏ। ਇਸ ਲਈ ਇਲਾਹੀ ਹੁਕਮ ਜਿਹੜਾ ਹੈ ਉਹ ਬਿਲਕੁਲ ਹੀ ਉਸ ਤੋਂ ਜੋ ਅਸੀਂ ਜੀਵਨ ਜਿਉਣਾ ਚਾਹੁੰਦੇ ਹਾਂ, ਇਲਾਹੀ ਹੁਕਮ ਵਿੱਚ ਉਹ ਹਉਮੈ ਨਾਲ ਭਰੇ ਹੋਏ ਮਨ ਨਾਲ ਜੀਆ ਨਹੀਂ ਜਾ ਸਕਦਾ। ਜਿਹਦਾ ਸਿੱਧਾ ਸਪਸ਼ਟ ਇਹ ਹੈ ਕਿ ਉਹਦੀ ਸਜ਼ਾ ਸਾਨੂੰ ਫਿਰ ਭੁਗਤਣੀ ਪੈਂਦੀ ਹੈ। ਸਤਿਗੁਰੂ ਜੀ ਉਹਨੂੰ ਕਹਿੰਦੇ ਨੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਜਿਹੜਾ ਆਪਣੀ ਮਰਜ਼ੀ ਮੁਤਾਬਕ ਚੱਲਦਾ, ਸੋਰਠ ਰਾਗ ਵਿੱਚ ਗੁਰੂ ਸਾਹਿਬ ਜੀ ਦਾ ਬਚਨ ਹੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਉੱਥੇ ਝੋਟਾਂ ਹਨ। ਇਸ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਸਾਡੀਆਂ ਨੇਕੀਆਂ, ਸਾਡੇ ਪਰਉਪਕਾਰ, ਸਾਡੇ ਫਰਜ਼, ਮੋਹ, ਪਿਆਰ, ਪਾਠ ਪੂਜਾ, ਕਰਮ, ਇਹ ਸਭ ਉਹਨਾਂ ਦੇ ਅੰਦਰ ਹੀ ਜਦ ਤੱਕ ਹਉਮੈ ਦਾ ਕੋਈ ਅੰਸ਼ ਹੈ, ਫਿਰ ਉਦੋਂ ਤੱਕ ਇਲਾਹੀ ਹੁਕਮ ਮੰਨਿਆ ਨਹੀਂ ਜਾ ਸਕਦਾ। ਉਸ ਪਿਆਰੇ ਦੇ ਹੁਕਮ ਦੀ ਰਜਾਈ ਹੋਣ ਦੀ ਜਾਂਚ ਨਹੀਂ ਆ ਸਕਦੀ। ਜਿਵੇਂ ਜਿਵੇਂ ਸਾਧ ਸੰਗਤ ਵਿੱਚ ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਅਸੀਂ ਬੈਠ ਕੇ ਗੁਣ ਗਾਉਂਦੇ ਹਾਂ, ਉਸ ਇਲਾਹੀ ਹੁਕਮ ਨੂੰ ਬੁੱਝਦੇ ਹਾਂ, ਸਮਝ ਲੈਂਦੇ ਹਾਂ। ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਆਪਣੇ ਅੰਦਰ ਦੀ ਪਛਾਣ ਕਰਦੇ ਹਾਂ, ਉਸ ਵਾਹਿਗੁਰੂ ਦੇ ਹੁਕਮ ਦੀ ਵਰਤ ਰਹੇ ਹੁਕਮ ਦੀ ਰਵਾਨਗੀ ਵਿੱਚ, ਉਹਦੀ ਸੁਰ ਵਿੱਚ ਇੱਕ ਹੋ ਕੇ ਤੁਰਦੇ ਹਾਂ, ਫਿਰ ਆਤਮਿਕ ਪ੍ਰਕਾਸ਼ ਦੇ ਸਾਰੇ ਗੁਣ ਅੰਦਰ ਪੈਦਾ ਹੋ ਜਾਂਦੇ ਹਨ, ਰੋਸ਼ਨੀ ਹੋ ਜਾਂਦੀ ਹੈ, ਅੰਦਰ ਗੁਣ ਆ ਕੇ ਵਸ ਜਾਂਦੇ ਹਨ।
ਦੂਜੇ ਲਫ਼ਜ਼ਾਂ 'ਚ ਅਸੀਂ ਗੱਲ ਕਰ ਲਈਏ ਕਿ ਸਾਡੇ ਮਾਇਕ ਪਦਾਰਥਾਂ ਦੇ ਮਾਇਕੀ ਗੁਣ ਜਿਹੜੇ ਹਨ ਉਹ ਹਉਮੈ ਦਾ ਪ੍ਰਗਟਾਵਾ ਤੇ ਪਸਾਰਾ ਹੈ, ਤੇ ਜਿਹੜੇ ਦੈਵੀ ਗੁਣ ਹਨ ਇਹ ਹੁਕਮ ਦਾ ਪ੍ਰਕਾਸ਼ ਤੇ ਪ੍ਰਤੀਕ ਹਨ। ਬਸ ਇੰਨੀ ਕੁ ਫਰਕ ਨੂੰ ਸਮਝਣ ਦੀ ਬੜੀ ਲੋੜ ਹੈ। ਮਾਇਕੀ ਔਗਣ ਹਉਮੈ ਦਾ ਪ੍ਰਗਟਾਵਾ ਤੇ ਪਸਾਰਾ ਹਨ, ਤੇ ਦੈਵੀ ਗੁਣ ਉਹ ਹੁਕਮ ਦਾ ਪ੍ਰਕਾਸ਼ ਤੇ ਪ੍ਰਤੀਕ ਹਨ। ਇਹ ਗੱਲ ਸਮਝਣ ਦੀ ਲੋੜ ਹੈ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਏ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਉ ਬੱਧ ਹੈ, ਨਾਮ ਨਾ ਵਸੇ ਮਨ ਆਏ। ਜਦ ਤੱਕ ਇਹ ਹੈ ਉਦ ਤੱਕ ਨਾਮ ਦਾ ਕੋਈ ਵਾਸਾ ਨਹੀਂ ਹੈ। ਪਰ ਜਦੋਂ ਹੁਕਮ ਰਜਾਈ ਚੱਲਣ ਵਿੱਚ ਇੱਕ ਗੱਲ ਖਿਆਲ ਕਰਨ ਦੀ ਲੋੜ ਹੈ। ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ, ਮਨ ਦੀਆਂ ਰੀਝਾਂ, ਮਨ ਦਾ ਚਾਉ, ਮਨ ਦਾ ਸਵਾਦ, ਮਨ ਦੀ ਤ੍ਰਿਸ਼ਨਾ, ਮਨ ਦੀ ਹਉਮੈ, ਬਲਬਲੇ, ਸਿਆਣਪਾਂ, ਚਤੁਰਾਈਆਂ, ਰੋਸ, ਗਿਲੇ, ਸ਼ਿਕਾਇਤਾਂ, ਈਰਖਾ, ਦਵੈਕ, ਵੈਰ ਵਿਰੋਧ, ਸ਼ੱਕ, ਕਿਉਂ, ਕਿਆ, ਕੈਸਾ, ਕਿਹੋ ਜਿਹਾ, ਕਿਸ ਤਰ੍ਹਾਂ, ਕਿਉਂ ਹੋ ਗਿਆ, ਇਹ ਹਉਮੈ ਨਾਲ ਭਰੇ ਹੋਏ ਮਨ ਦੀਆਂ ਨਿਸ਼ਾਨੀਆਂ ਹਨ। ਜਦੋਂ ਅਸੀਂ ਇਹ ਗੱਲਾਂ ਕਰੀਏ, ਕਿਉਂ ਹੋ ਗਿਆ, ਕਿਸ ਤਰ੍ਹਾਂ ਹੋ ਗਿਆ, ਵੈਰ ਵਿਰੋਧ, ਈਰਖਾ, ਦਵੈਕ, ਰੋਸ, ਗਿਲੇ, ਇਹ ਸਾਰੇ ਹਉਮੈ ਦੀਆਂ ਨਿਸ਼ਾਨੀਆਂ ਹਨ। ਹੁਣ ਇੱਥੇ ਹਉਮੈ ਨਾਲ ਭਰੇ ਹੋ ਮਨ ਨੂੰ ਫਿਰ ਮੋੜਨਾ ਕਿਵੇਂ ਹੈ? ਗੁਰੂ ਸਾਹਿਬ ਜੀ ਕਹਿੰਦੇ ਬਾਰ-ਬਾਰ ਮੋੜ ਕੇ, ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਛੂਹ ਲੈ ਕੇ ਗੁਰਬਾਣੀ ਦੀ ਅੰਦਰ ਵਾਹਿਗੁਰੂ ਨੂੰ ਯਾਦ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ, ਸੇਵਾ ਕਰਕੇ, ਹੱਥਾਂ ਨਾਲ ਸੇਵਾ ਕਮਾ ਕੇ, ਫਿਰ ਇਹ ਹਉਮੈ ਦੇ ਮਨ ਨੂੰ, ਭਰੇ ਹੋਏ ਮਨ ਨੂੰ ਅਸੀਂ ਬਦਲ ਸਕਦੇ ਹਾਂ। ਇਹ ਇੱਕ ਰਸਤਾ ਹੈ, ਇੱਕ ਮਾਰਗ ਹੈ। ਕਿਵੇਂ ਬਦਲੀਏ? ਕਈ ਵਾਰੀ ਸਵਾਲ ਆ ਜਾਂਦਾ ਹੈ ਕਿ ਕਿੱਦਾਂ ਬਦਲੀਏ ਜੀ? ਫਿਰ ਮੋੜ ਕੇ, ਬਾਰ ਕੇ, ਪ੍ਰੇਰ ਕੇ, ਗੁਰੂ ਕੇ ਪਿਆਰਿਆਂ ਦੀ ਸਾਧ ਸੰਗਤ ਵਿੱਚ ਬੈਠ ਕੇ, ਗੁਰਬਾਣੀ ਨਾਲ ਛੂਰ ਕੇ, ਸ਼ਬਦ ਦਾ ਰਸ ਮਾਣ ਕੇ, ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪਿਆਰ ਦੇ ਵਿੱਚ ਰੰਗੇ ਜਾ ਕੇ, ਜਿਵੇਂ ਅਸੀਂ ਉਸ ਨੂੰ, ਆਪਣੇ ਆਪ ਨੂੰ ਉਸ ਮਨ ਵਿੱਚ ਭਿਓਵਾਂਗੇ, ਚੁੱਭੀਆਂ ਲਵਾਵਾਂਗੇ, ਉਸ ਪ੍ਰੇਮ ਪਿਆਲੇ ਨੂੰ ਪੀਵਾਂਗੇ, ਪ੍ਰੀਤ ਦੇ ਰੰਗ ਵਿੱਚ ਰੰਗੇ ਜਾਵਾਂਗੇ, ਉਸ ਪਿਆਰ ਦੀ, ਵਾਹਿਗੁਰੂ ਦੇ ਪਿਆਰ ਦੀ ਪਿਉਂਦ ਨੂੰ ਚਾੜਾਂਗੇ, ਫਿਰ ਅਲਮਸਤ ਮਤਵਾਰੇ ਹੋ ਗਏ, ਮੈਂ ਮੇਰੀ ਤੋਂ ਖੁਦ ਬੇਖੁਦ ਹੋ ਗਏ, ਖੁਦੀ ਤੋਂ ਉੱਚੇ ਉੱਠ ਕੇ, ਬੇਖੁਦ ਹੋ ਕੇ, ਫਿਰ ਤਾਂ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਮੈਂ ਮੇਰੀ ਤੋਂ ਬੇਖੁਦ ਹੋ ਗਏ, ਤਾਂ ਹੀ ਹੁਕਮ ਦੀ ਜਾਚ, ਹੁਕਮ ਰਜਾਈ ਚੱਲਣ ਦੀ ਜਾਚ ਜਿਹੜੀ ਹੈ ਉਹ ਆ ਜਾਂਦੀ ਹੈ। ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਭਗਤ ਕਬੀਰ ਜੀ ਨੇ ਇਸ ਅਵਸਥਾ ਨੂੰ ਬਿਆਨ ਕੀਤਾ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤਹਿ ਜਾਉ। ਜਿੱਧਰ ਖਿੱਚਦਾ ਹੈ ਪ੍ਰਭ ਡੋਰੀ ਹਾਥ ਤੁਮਾਰੇ, ਫਿਰ ਇਹੋ ਹੀ ਬੋਲ ਨਿਕਲਦੇ ਨੇ। ਤੋ ਇਹ ਹੁਕਮ ਰਜਾਈ ਚੱਲਣ ਦੀ ਜਾਚ ਸਿੱਖਣ ਦੇ ਲਈ ਤਿੰਨ ਸੱਸੇ ਸੰਖੇਪ ਵਿੱਚ, ਮੈਂ ਸਿਰਫ ਇਹ ਨਹੀਂ ਵੀ ਤਿੰਨੇ ਹੋਣਗੇ, ਹੋਰ ਵੀ ਹੋਣਗੇ, ਲੇਕਿਨ ਮੈਂ ਸਮਝਦਾ ਵੀ ਤਿੰਨ ਸੱਸਿਆਂ ਨੂੰ ਅਪਣਾਈਏ। ਇੱਕ ਹੈ ਸਬਰ। ਸਬਰ ਹੈ ਆਪਣੇ ਸਿਆਣਪਾਂ ਤੋਂ, ਵਿਉਂਤਾਂ ਤੋਂ, ਸਕੀਮਾਂ ਤੋਂ ਪਾਸੇ ਹਟ ਕੇ ਜੋ ਕੁਝ ਉਸ ਵਾਹਿਗੁਰੂ ਦੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ, ਉਸ ਨੂੰ ਪਿਆਰੇ ਦੀ ਦਾਤ ਸਮਝ ਕੇ ਸਬਰ ਵਿੱਚ ਰਹਿਣਾ ਸਿੱਖ ਲਈਏ। ਆਪਣੀਆਂ ਸਿਆਣਪਾਂ ਤੋਂ, ਵਿਉਂਤਾਂ ਤੋਂ ਇੱਕ ਪਾਸੇ ਕਰ ਦਈਏ। ਜੋ ਕੁਝ ਉਸ ਵਾਹਿਗੁਰੂ ਦੇ ਬਖਸ਼ਿਸ਼ ਨਾਲ ਜੋ ਕੁਝ ਮਿਲਦਾ ਹੈ, ਉਸ ਨੂੰ ਪਿਆਰੇ ਦੀ ਦਾਤ ਸਮਝ ਕੇ ਬਖਸ਼ੀਏ। ਉਹ ਤਾਂ ਹੈ ਰੁੱਖੀ ਸੁੱਖੀ ਖਾਏ ਕਾ,
ठंडा पानी पियो फरीदा, देख पराई चोपड़ी, ना तरसाए जियो। इत्थे रुखी सुखी का मतलब सबर है। जो ने दिता है, जो दे रहा है, जिन्हें साधन दिते हैं, जो कुछ उसने किया है, ये नहीं कि रुकियां रोटियां खाने की हिदायत की गई है। जो उसने दिता है, जिस तरह का है, ਉਹਦੇ अंदर शुकराना होवे, प्यार की दात समझ के सबर विच रहिए। सतगुरु जी कहते साधन भोजन की आस ना करही, अचंत मिले सो पाए। बस ये है ਉਹਦਾ ਤੇ ਇਹਦੇ ਲਈ ਚਾਹੀਦਾ ਕੀ ਹੈ? ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਰਾਂ, ਰੁੱਖ ਵਰਗਾ ਜਿਗਰਾ। ਕਿੰਨੇ ਸੋਹਣੇ ਰੁੱਖ ਛਾਂ ਦਿੰਦਾ ਹੈ, ਫਲ ਦਿੰਦਾ ਹੈ, ਆਏ ਗਏ ਯਾਤਰੂ ਨੂੰ ਸਭ ਕੁਝ ਕਰਦਾ ਹੈ। ਕੋਈ ਵੱਢਣ ਆ ਜਾਏ ਤੇ ਸੀ ਵੀ ਨਹੀਂ ਕਰਦਾ। ਦੇਖੋ ਇਹੋ ਹੀ ਤਾਂ ਨਿਸ਼ਾਨੀ ਹੈ ਦਰਵੇਸ਼ ਦੀ, ਇਹੋ ਹੀ ਨਿਸ਼ਾਨੀ ਹੈ ਫਕੀਰੀ ਦੀ, ਇਹੋ ਹੀ ਨਿਸ਼ਾਨੀ ਹੈ ਹੁਕਮੀ ਬੰਦੇ ਦੀ। ਰੁੱਖਾਂ ਦੀ ਜਰਾਂਦ ਹੋਵੇ, ਸਭਨਾਂ ਦਾ ਭਲਾ ਮਨਾਉਣ ਦਾ ਜਾਚ ਹੋਵੇ, ਸਭਨਾਂ ਨੂੰ ਵੰਡ ਛਕਣ ਦੀ ਗੱਲ ਹੋਵੇ। ਕੋਈ ਵੱਢਣ ਵੀ ਆ ਜਾਏ ਤੇ ਸੀ ਨਹੀਂ ਕਰਨੀ, ਉਹਦਾ ਕੰਮ ਸਵਾਰਨਾ ਹੈ। ਇਹ ਹੈ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਰਾਂਦ। ਇਹਦੀ ਇਹ ਲੋੜ ਹੈ, ਹੁਕਮੀ ਬੰਦੇ ਬਣਨ ਲਈ ਇਹ ਰੁੱਖਾਂ ਦੀ ਜਰਾਂਦ ਦੀ ਲੋੜ ਪਏਗੀ। ਰੁੱਖਾਂ ਦੀ ਜਲਾਉਣ ਦੀ ਲੋੜ ਪੈਂਦੀ ਹੈ, ਅੱਖਾਂ ਵਾਲੀ ਜਰਾਂਦ ਚਾਹੀਦੀ ਹੈ। ਇਹ ਤਾਂ ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਇਸ ਅਵਸਥਾ ਤੇ ਪਹੁੰਚਣਾ ਪੈਂਦਾ ਹੈ। तो सब्र ये है। दूजा है शुक्र। शुक्र की है अपने प्रीतम वालों जो कुछ प्राप्त हुए उन्होंने प्रीत तात समझ के शुकराना करना। जे मारे भी तां भी मेहर, जे मार जिवाल दवे तो फिर उसकी बख्शिश, जे कोल बहा लवे तो उसकी वडियाई, जे कोल बिठा लवे तो उसकी वडियाई, जे मार कढ़ दवे फिर भी उन्होंने ध्याना। दुख दे दे, मार कढ़ दे दुख देना, जे मार कढ़ दे फिर भी उन्होंने ध्याना। जे दुख भुख देवे तो मेरे प्यारे दी मौज। बड़ा औखा है, बहुत औखा है ये शुक्र दा मार्ग। जे दुख भुख देवे तो ओदी मौज, जे लाभ होवे तो ओदी दात। फिर देखिए जे दुख दवे तो मेरे प्यारे दी मौज है, तो जे कोई फायदा दे देता है तो फिर उसकी दात है। पर यह ना होवे दात प्यारी विसरिया दा तारा, ये ना होवे। जे घाटा होवे तो उसकी रजा, जे वडियाई होवे तो फिर उसकी वडियाई, अपनी नहीं। जे इज्जत है तो उसकी इज्जत है, जे निंदा होवे तो उसकी मेहर है। निंदो निंदो मोह को लोक निंदो, क्यों क्या, ये भी उसकी मेहर है। जीवन की हर हालत विच, गमी विच, खुशी विच, दुख विच, सुख विच, वडियाई विच, निंदा विच, लाभ विच, हानि विच, तंदुरुस्ती विच, बीमारी विच, जीवन विच ते मौत विच, जन्म विच ते मौत विच। उन्होंने जन्म मौत इको जिहा लगे। यही है ना शुक्र। ये नहीं कि जन्म वेले वाजे बजते होण ते मौत वेले सिर सुट के भेडां वांगू बैठ जाए। नहीं, इको ही है जन्म ते मौत। क्योंकि जम्मन मरना हुक्म है, भाणै आवे जाए। ये छिपाना है, ये हुक्म है, ये पाना है। अपने प्रीतम की मौज विच ਉਹਦੇ ਹੁਕਮ ਵਿੱਚ खुशी महसूस करनी।
मन तन चित शुक्राने च रखना। बस यही कहना, ज्यों भावै त्यों राख लै, हम शरण प्रभ आए राम राजे। जिवें तेन पाउंदा है तू उवें रख लै, असी तेरी शरण विच आए हाँ, असी तेरे हाँ, तेरे हाँ। बस ये गल करी जानी कि जे सुख दे तां तुझे आराधी, दुख भी तुझे ध्याई। जे भुख दे तां इत ही राजा, दुख विच सुख मनाई। जे लोक सलाहे तां तेरी उपमा, जे निंदे तां छोड़ ना जाए। बड़ा लंबा शब्द है गुरु पातशाह जी का। दर्शन हर देखण के ताई, कोई आन बुलावे मेरा प्रीतम प्यारा हूं, तिस पे आप बिचाई। दर्शन हर देखण के ताई, कुछ सारा कुछ ये आउंदा है। एक दुनियादार की गल, एक निरंकार दे घर की गल। सिमरन तीजी ससा है, सिमरन याद। उस प्यारे दे मन नूं मोह लैण वाले दी, सदा बख्शंद दी, सदा मेहरबान दी, जो प्रतपाले ने तसार संभाले है। वो मेरा वाहिगुरु जो लाड लड़ाउंदा है, जो खेल खिड़ाउंदा है, जो अत प्रीतम है, जो रब है, उसकी याद कदी भी ना भुले। उस मन मोल वै ले ले, तो गुरु साहब जी ने जो बख्शा कीतियां गुरबाणी विच, मनमोहना सुंदर बख्शंद, प्रतपालदा, नितसार संभालदा, लाड़ लड़ाउंदा, खेड़ खिडाउंदा है, अत प्रीतम है, वो रब है। ਉਹਨੂੰ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਇਹ ਸਾਡਾ ਪਹਿਲਾ ਫਰਜ਼ ਹੈ। ਇਹੋ ਹੀ ਸਿਮਰਨ ਹੈ। ਤਾਂ ਕਿਉਂ ਕਰਨਾ? ਤਾਂ ਕਿ ਪ੍ਰੀਤਮ ਮੇਰਾ ਮਾਲਕ ਤਰੁੱਠ ਕੇ ਬਖਸ਼ ਕੇ ਆਪਣੇ ਦਰ ਤੋਂ ਹੋਰ ਵਧੇਰੀਆਂ ਸੁੱਚੀਆਂ ਦਾਤਾਂ ਸਾਨੂੰ ਬਖਸ਼ਦਾ ਰਹੇ, ਹੋਰ ਵਧੇਰੀਆਂ ਦਾਤਾਂ ਬਖਸ਼ੇ। ਉਹਦੇ ਸ਼ੁਕਰਾਨੇ ਵਿੱਚ, ਉਸ ਦੇ ਨਿੱਘੇ ਪਿਆਰ ਵਿੱਚ, उस नानक प्यार दे हुलारियां विच बस जीवन रूपी उस प्यारे दी याद इस जीवन का एक श्वास बन जाए, जिन श्वास वास्ते होना कहते हैं। गुरमुख रोम रोम हर ध्यावे की गल करते हैं। तो याद करना, प्यारे की याद तो बिना अंतर का अनुभव प्रकाश नहीं हो सकता। बाहर का ज्ञान हो सकता है, अनुभव प्रकाश नहीं हो सकता। उस अनुभव तो बगैर हुक्म नूं नहीं बुझिया जा सकता। हुक्म बुझे बगैर जीवन की सफलता नहीं हो सकती, ते भाणा मन्ने बगैर सबर संतोख नहीं हो सकता, ते सबर संतोख तो बगैर कभी शुकराना नहीं हो सकता। फिर गल नूं दोहरा दिया भी सिमरत तो बगैर, उसकी याद तो बगैर अंदर का प्रकाश नहीं होता। ते उसके अनुभव प्रकाश तो बिना हुक्म नूं नहीं बुझिया जा सकता। ते हुक्म बुझे बगैर हुक्मी बंदा नहीं मन्निया जा सकता, भाणा नहीं मन्निया जा सकता। ते भाणा मन्ने बगैर सबर संतोख नहीं हो सकता, ते सबर संतोख तो बगैर कभी शुकराना नहीं हो सकता। जिहड़ा सबर नाल, जिहदे कोल सबर नहीं है, उहदे कोल शुकराना भी नहीं है। और संतोख मनुख नूं जब तक नहीं हुंदा, उदों तक कदी ये शुकराने के लफ्ज़ भी मूँह तो नहीं बोलता। जदों इस मन नूं उस वाहिगुरू के प्यार की प्योंथ चढ़ती है, तो मन फिर पूर्ण तौर पर अंतर्मुखी हो के गुरु घर का बै खरीद गोला बन जाता है। फिर सतगुर की प्रेम की डोरी विच बच जाता है। फिर जिवें प्रीतम चलावे त्यों चलता है। फिर कहता है, मुल खरीदी लाला गोला, मेरा नाम सुभागा, गुर की बचनी हाट बिकाना,
जित लाया तित लागा, तेरे लाले क्या चुतराई, साहिब का हुक्म करना जाई, मां लाली प्यो लाला मेरा, हों लाले का जाया, लाली नाचे लाला गावे, भगत करूं तेरी राया। हे वाहिगुरू, मैं तो तेरे दर दा मुੱਲੋਂ खरीदिया होया गुलाम हाँ। बस तू मैनू मुੱਲ उतार के खरीद लिया है। हुण मैं दस, मेरी तो एक एक रग विच तेरी गुलामी का खून चल रहा है। मेरे प्रीतम, मेरे नहीं, मेरे माँ मेरे बाप, उन्हां विच भी तेरे तेरे दर दे गोले हन। ते हुण मेरे प्रीतमा दस, मैं तेरा दर छड्ड के कित्थे जावां, कित्थे जावां? कोई थां नहीं तेरे तो बिना, कोई स्थान नहीं। दस मैं तेरा दर छड्ड कित्थे जावां? फिर तो ज्यों तू चलाए त्यों चलै स्वामी, होर क्या जाना गुण तेरे। बस हुण मैं की कहां, इस तो बाद की गल्लां करां। हुण इस तो बाद की गल कर सकदा हां। हुण तां इह कह सकदा हां, जैसी आग्या कीनी ठाकुर, तिसते मुख नहीं मोरियो। बस सहज आनंद रखियो ग्रह भीतर, ऊठ उहां को दोहरियो। बस इहो ही कह सकदा। तो हुक्म रजाई चलना फोके ज्ञान का विषय नहीं है, सब्जेक्ट फोका ज्ञान वाला नहीं है। बुद्धि नाल तोल मिल के हुक्म नूं कमाउणा, हुक्म नूं कमाया जां भाणे विच चलिया नहीं जा सकदा। इस इलाही प्यारे दे हुक्म दी डोरी मेरे प्रीतम दे हत्थ विच है। वो अपनी मौज विच जिवें सानूं चलावे उवें चलना है। यह है हुक्म रजाई चलना। अपनी चतराइयां नाल, अपनी सियाणपां दे नाल ਇਹ नहीं कमाया जा सकता। इस मनुख विच जदों ਇਹ ਗੱਲ ਕਹਿ ਦਵੇ कि डोरी ਉਹਦੇ ਹੱਥ ਵਿੱਚ ਹੈ, ਫਿਰ ਹਉਮੈ ਵਾਲੀ ਮੈਂ ਮੇਰੀ ਦੀ ਭਾਵਨਾ ਬਦਲ ਕੇ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਮਾਏ ਕਰਤਾ, ਦੂਜੀ ਕਾਰ ਨਾ ਭਾਲੇ। ਇਸ ਅਵਸਥਾ ਤੇ ਪਹੁੰਚ ਜਾਂਦਾ। ਹਾਂਜੀ, ਇਹੋ ਹੀ ਹੈ ਨਾ। ਉਸ ਮੇਰੇ ਪਿਆਰੇ ਦੇ ਇਲਾਹੀ ਹੱਥਾਂ ਵਿੱਚ ਫੜੀ ਹੋਈ ਪ੍ਰੇਮ ਦੀ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਉਸ ਪਿਆਰੇ ਦੇ ਹੱਥ ਵਿੱਚ ਫੜੀ ਹੋਈ ਪ੍ਰੀਤ ਡੋਰੀ, ਉਹਦੇ ਬੱਧੇ ਹੋਏ ਦਿਲ ਦੀ ਚਾਲ ਦੇ ਵਿੱਚ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਇਹ ਪ੍ਰੀਤ ਡੋਰੀ ਹਿੱਲੇ, ਤਿਵੇਂ ਸਾਡਾ ਮਨ ਚਿੱਤ ਹਿੱਲੇ। ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ। ਇਹੋ ਹੀ ਸਤਿਗੁਰ ਦਾ ਭਾਣਾ ਮੰਨਣਾ ਹੈ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ऐसी माधो खिंच तनी, ऐसी माधो खिंच तनी, मुंह लालन स्यों प्रीत बनी। ये है गुरमुख ज्ञान डोरी प्रभ पकड़ी, जिन खिंचे तिन जाइए। बस ये हुई भाई गुरदास जी कहते ने, हुक्म रजाई चलना पिछे लगे नक नकेला। जिवें नक च नथ पा के कोई खिच लवे, बस इवें समझ ये मेरे प्यारे दे हुक्म दी डोरी तेरे नक विच पाई हुई नथ है। ते जदों हुक्मी बंदे दा एहसास हो जाए, फिर वो भाई दया राम उन्हां दे चार साथियां वांगू गुरु गोबिंद सिंह पातशाह दी चमकदी हुई शमशीर दे अगे गर्दन झुका के भी इहो ही गल कहंदा है, मेरा मुझ में किछ नहीं, जो कुछ है सो तेरा, तेरा तुझको सौंपते क्या लागे मेरा। ये तो ये है। तो आओ फिर ਆਪਾਂ ਵੀ ਹਉਮੈ ਦੇ ਭਰਮ ਭੁਲਾਵਿਆਂ ਵਿੱਚੋਂ, ਭੁਲੇਖਿਆਂ ਵਿੱਚੋਂ ਨਿਕਲ ਕੇ ਮਨ ਦੀ ਮਰਜ਼ੀ ਨੂੰ ਛੱਡ ਕੇ ਉਸ ਪਿਆਰੇ ਦੀ ਪ੍ਰੀਤਮ ਡੋਰੀ ਵਿੱਚ ਆਪਣੇ ਆਪ ਨੂੰ ਬੰਨ੍ਹ ਕੇ ਜਿਵੇਂ ਉਹ ਖਿੱਚਦਾ ਹੈ ਉਹਨਾਂ ਨੂੰ ਕਮਾਈਏ। ਤੇ ਗੁਰਬਾਣੀ ਦੀਆਂ ਪੰਕਤੀਆਂ ਜਿਹੜੀ ਹਨ, ਉਲਟ ਜਾਤ ਕੁਲ ਦੋ ਵਿਸਾਰੀ, ਸੁਨ ਸਹਿਜ ਮੈਂ ਬੁੰਤ ਹਮਾਰੀ, ਹਮਰਾ ਝਗੜਾ ਰਹਾ ਨਾ ਕਉ, ਪੰਡਤ ਮੁੱਲਾ ਛਾਡੇ ਦਊ, ਬੁਨ ਬੁਨ ਆਪ ਪਹਿਰਾਵੂੰ, ਜਹ ਨਹੀਂ ਆਪ ਤਹਾਂ ਹੋਏ ਗਾਉਂ। ਇਸ ਅਵਸਥਾ ਵੱਲ ਨੂੰ ਤੁਰੀਏ। ਹੁਕਮ ਦੇ ਪਿਛੋਕੜ ਵਿੱਚ ਹੁਕਮ ਦੇਣ ਵਾਲੇ ਦੀ ਰਜ਼ਾ,
ਹੁੰਦੀ ਹੈ। ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਲਵੇ, ਪਛਾਣ ਲਵੇ, ਤਾਂ ਹੁਕਮ ਦੀ ਸਹੀ ਅਰਥਾਂ ਵਿੱਚ ਤਮੀਲ ਕਰ ਲਵੇ, ਤਾਂ ਫਿਰ ਇਨਸਾਨ ਬਣ ਜਾਂਦਾ, ਬੰਦਾ ਬਣ ਜਾਂਦਾ। ਤਾਂ ਹੀ ਕਹਿੰਦੇ ਬੰਦਿਆ ਤੂੰ ਬੰਦਾ ਬਣ, ਸ਼ਕਲ ਬੰਦਿਆਂ ਵਾਲੀ ਨਾ ਰੱਖ, ਕਰਤੂਤ ਪਸ਼ੂ ਕੀ ਮਾਨਸ ਜਾਤ ਵਿੱਚੋਂ ਬਾਹਰ ਨਿਕਲ, ਪਸ਼ੂਆਂ ਦੀ ਕਰਤੂਤ ਛੱਡ ਕੇ ਬੰਦਾ ਬਣ। ਉਹ ਹੈ ਹੁਕਮ ਰਜਾਈ ਚਾਲ। ਇਸ ਦੇ ਉਲਟ ਜੇ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੀਏ, ਫਿਰ ਅਸੀਂ ਰਸਤੇ ਤੋਂ ਖੁੰਝ ਜਾਂਦੇ ਹਾਂ। ਮਨ ਮਰਜ਼ੀ ਜਦੋਂ ਅਸੀਂ ਆਪਣੀ ਵਿੱਚ ਰਲਾ ਦਿੰਦੇ ਹਾਂ, ਫਿਰ ਜਿਵੇਂ ਨਾ ਰਾਗ ਗਾਉਂਦਿਆਂ ਕੋਈ ਬੇਸੁਰਾ ਹੋ ਜਾਏ, ਇਵੇਂ ਜੀਵਨ ਦੇ ਇਸ ਰਾਗ ਵਿੱਚੋਂ ਬੇਸੁਰੀ ਜਿਹੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਨਤੀਜੇ ਸਾਨੂੰ ਫਿਰ ਭੁਗਤਣੇ ਹੀ ਪੈਂਦੇ ਹਨ, ਜਿਹਨੂੰ ਕੋਈ ਵੀ ਮਾਫ ਨਹੀਂ ਕਰ ਸਕਦਾ। ਜੋ ਬੀਜਿਆ ਹੈ ਉਹ ਅਸੀਂ ਵੱਢਣਾ ਹੈ, ਇਹ ਗੱਲ ਖਿਆਲ ਕਰਨਾ। ਹੁਕਮ ਗੁੱਝਾ ਅਪਾਰ ਹੈ, ਸਾਡੀ ਬੁੱਧੀ ਉਹਦੇ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਉਹਦੇ ਆਪਣੀ ਮਨ ਦੀ ਮਰਜ਼ੀ ਨੂੰ ਰਲਾ ਕੇ ਉਹਦੇ ਵਿੱਚ ਵਿਘਨ ਪਾਉਂਦੇ ਹਾਂ। ਉਹ ਸਭ ਹਉਮੈ ਕਰਕੇ ਹੈ। ਤੇ ਹੁਕਮ ਦੀਆਂ ਜਿਹੜੀਆਂ ਬਰਕਤਾਂ ਹਨ, ਉਹਨਾਂ ਤੋਂ ਅਸੀਂ ਸੱਖਣੇ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ, ਪ੍ਰੇਮ ਰਸ, ਚਾਉ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ, ਦਿਮਾਗੀ ਗਿਆਨ ਤੋਂ ਪਰੇ ਹੈ। ਇਸ ਤਰ੍ਹਾਂ ਮਾਂ ਕਿਵੇਂ ਜਫਰ ਜਾਲਦੀ ਹੈ, ਪੀੜਾਂ ਸਹਾਰ ਕੇ, ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ, ਆਪਣਾ ਆਪ ਵਾਰ ਕੇ, ਆਪਣਾ ਆਪ ਵੰਡ ਕੇ, ਸਰਹਾਣੇ ਤੇ ਖੱਫਣ ਬੰਨ੍ਹ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਦੇ ਲਾਹੀ ਚਮਤਕਾਰ ਦੁਆਰਾ ਫਿਰ ਬੱਚੇ ਨੂੰ ਨਵਾਂ ਜਨਮ ਨਹੀਂ ਦਿੰਦੀ, ਬਲਕਿ ਆਪ ਵੀ ਪੂਰੀ ਤਰ੍ਹਾਂ ਨਿਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਨ ਕਰ ਜਾਂਦੀ ਹੈ। ਬਸ ਕੁਝ ਇਹੋ ਜਿਹੇ ਹੁਕਮ ਦੀ ਖੇਡ ਹੈ। ਇਲਾਹੀ ਹੁਕਮ ਦੀ ਅਨੋਖੀ ਚਰਜ ਕਰਾਮਾਤ ਹੈ। ਤੇ ਇਹ ਗੱਲ ਨੂੰ ਸਮਝ ਲਈਏ ਕਿ ਉਹ ਪ੍ਰੀਤਮ ਸਾਨੂੰ ਆਪਣੇ ਗਲੇ ਨਾਲ ਲਾਉਂਦਾ ਹੈ, ਪਰ ਇਹਦੇ ਵਿੱਚ ਸਾਨੂੰ ਚਾਹੀਦਾ ਕੀ ਹੈ? ਆਪਣੇ ਆਪ ਸਿਆਣਪ ਛੱਡ ਕੇ, ਚਤੁਰਾਈ ਛੱਡ ਕੇ ਉਸ ਪ੍ਰੀਤਮ ਦੇਸ਼ ਦੇ ਵਾਸੀ ਬਣਨ ਦੇ ਲਈ ਅਸੀਂ ਸਭ ਕੁਝ ਉਹਦੇ ਹਵਾਲੇ ਕਰ ਦਈਏ। ਇਹ ਸੋਚੀਏ, ਪ੍ਰੀਤਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਹੁਣ ਮਿਹਰ ਕਰ, ਹੋਰ ਨਾ ਇਹਨਾਂ ਜੀਵਨ ਨੂੰ ਸੁੱਕ ਜਾਏ। ਇੱਥੇ ਇਹ ਤਾਂ ਪਿਆਰ ਦਾ ਅੰਮ੍ਰਿਤ ਪੀਣਾ ਪਵੇਗਾ, ਜੀਣਾ ਪਵੇਗਾ, ਇੱਥੇ ਹੰਡਾਉਣਾ ਪਵੇਗਾ। ਇੱਥੇ ਕਹੋ ਕੈਸੇ ਕਿਸ ਤਰ੍ਹਾਂ ਹੋ ਗਿਆ, ਇਹ ਚਲਾਕੀਆਂ, ਇਹ ਸਿਆਣਪਾਂ ਨੂੰ ਤਿਆਗਣਾ ਪਵੇਗਾ। ਤੇ ਹੁਕਮ ਰਜ਼ਾਈ ਬੰਦੇ ਦੀ ਕਾਰ ਕਮਾਉਣ ਦੇ ਲਈ ਮਨ ਦੀ ਮਰਜ਼ੀ ਛੱਡ ਤੇ ਆਪਣੇ ਪਿਆਰੇ ਦੇ ਦੇਸ਼ ਵਿੱਚ ਪਹੁੰਚਣ ਦੇ ਲਈ ਉਸ ਪਿਆਰੇ ਵਿੱਚ ਆਪਣੀ ਮਰਜ਼ੀ ਰਲਾ ਦੇ। ਬਸ ਫਿਰ ਜਦੋਂ ਇਸ ਪ੍ਰੀਤਮ ਦੀ ਦੇਸ਼ ਦੀ ਇੱਕ ਚੰਗਿਆੜੀ ਸਾਡੇ ਅੰਦਰ ਬਲ ਪਏਗੀ, ਫਿਰ ਠੰਡਾ ਅੰਦਰ ਨਿੱਘ ਮਾਣ ਦਾ, ਉਸ ਠੰਡ ਦਾ ਨਿੱਘ ਮਾਣ, ਉਸ ਚੰਗਿਆੜੀ ਦੇ ਵਿੱਚੋਂ ਵੀ ਨਿੱਘ ਆਏਗਾ। ਉਹ ਛੋਹ ਪਿਆਰ ਤੇ ਉਹ ਜਿਹੜਾ ਰਸ ਹੈ, ਉਹਨੂੰ ਅਸੀਂ ਦੱਸ ਨਹੀਂ ਸਕਦੇ। ਪਰ ਮੂਹੇ ਬਿਨ ਜੀਵਨ ਨਾਹੀ, ਖਿਆਲ ਕਰਨਾ, ਮੂਹੇ ਬਿਨ ਜੀਵਨ ਨਾਹੀ। ਆਪਾ ਭਾਵ ਵਾਰ ਕੇ, ਮੇਰੀ ਤੋਂ ਬਚ ਕੇ ਅਸੀਂ ਹਮੇਸ਼ਾ ਹੀ ਉਸ ਪਿਆਰੇ ਦੇ ਦੇਸ਼ ਦੀਆਂ ਆਨੰਦ ਮਾਣੀਏ। ਫਿਰ ਤਾਂ ਤੱਤੀਆਂ ਤਵੀਆਂ ਤੇ ਬੈਠ ਕੇ, ਸਿਰ ਤੇ ਰੱਤਾ ਪਵਾ ਕੇ, ਸੀਸ ਭੇਟ ਕਰਕੇ, ਜੰਗ ਵੀ ਸ਼ਹੀਦ ਹੋ ਕੇ, ਨੀਹਾਂ ਵਿੱਚ ਲਾ ਕੇ, ਬੰਦ ਕਟਵਾ ਕੇ, ਖੋਪਰੀਆਂ ਲੁਹਾ ਕੇ, ਚਰਖੜੀਆਂ ਤੇ ਚੜ੍ਹ ਕੇ, ਆਰੇ ਨਾਲ ਸਰੀਰ ਕਟਵਾ ਕੇ, ਸਵਾ ਮਨ ਦੇ ਪੀਸ ਕੇ, ਬੱਚਿਆਂ ਦੇ ਟੋਟੇ ਕਰਵਾ ਕੇ, ਨੰਗੇ ਪਿੰਡੇ ਪਾਲੇ ਨੂੰ ਸਹਾਰ ਕੇ ਹੀ ਇਹ ਖੇਡ ਖੇਡੀ ਜਾ ਸਕਦੀ ਹੈ। ਤੇ ਇਹ ਪਿਆਰ ਦੀ ਖੇਡ, ਪਿਆਰ ਦੀ ਮਸਤੀ, ਪਿਆਰ ਦਾ ਨਸ਼ਾ, ਉਸ ਵਿੱਚ ਚਾਉ ਹੈ। ਇਸ ਆਤਮ ਚਾਉ ਦੇ ਵਿੱਚ ਖਿਆਲ ਕਰਨਾ, ਇੱਕ ਪਾਸੇ ਸੂਲੀ ਹੈ, ਇੱਕ ਪਾਸੇ ਸੂਲ ਹੈ, ਇੱਕ ਪਾਸੇ ਅੱਗ ਹੈ, ਇੱਕ ਪਾਸੇ ਠੰਡ ਹੈ, ਇੱਕ ਪਾਸੇ ਸ਼ੋਲੇ ਹਨ, ਇੱਕ ਪਾਸੇ ਪ੍ਰੇਮ ਹੈ, ਇੱਕ ਪਾਸੇ ਚਿਕਾ ਹੈ, ਇੱਕ ਪਾਸੇ ਫੁੱਲਾਂ ਦੀ ਸੇਜ ਹੈ, ਇੱਕ ਪਾਸੇ ਪੀੜਾ ਹੈ, ਇੱਕ ਪਾਸੇ ਲਾੜ ਹੈ, ਇੱਕ ਪਾਸੇ ਝਿੜਕਾਂ ਹਨ, ਇੱਕ ਪਾਸੇ ਮਿੱਠੀਆਂ ਹਨ, ਇੱਕ ਪਾਸੇ ਵੈਰੀ ਨਜ਼ਰ ਆਉਂਦਾ ਹੈ, ਇੱਕ ਪਾਸੇ ਮਿੱਤਰ ਨਜ਼ਰ ਆਉਂਦੇ ਨੇ, ਇੱਕ ਪਾਸੇ ਬੁਰੇ ਹੀ ਬੁਰੇ ਨੇ, ਇੱਕ ਪਾਸੇ ਭਲਾ ਹੀ ਭਲਾ ਹੈ, ਇੱਕ ਪਾਸੇ ਦੁਨੀਆ ਕਲਯੁਗ ਕਹਿੰਦੀ ਹੈ, ਪਰ ਪਿਆਰੇ ਦੇ ਰੰਗੇ ਵਿੱਚ ਹਮੇਸ਼ਾ ਹੀ ਸਤਿਯੁਗ ਹੈ। ਉਹ ਯੁਗਾਂ ਦੀਆਂ ਵੰਡੀਆਂ
ਇਸ ਤਰ੍ਹਾਂ ਨਹੀਂ ਕਰਦਾ ਜਿਵੇਂ ਸੰਸਾਰ ਕਰਦਾ ਹੈ। ਉਹ ਹਮੇਸ਼ਾ ਹੀ ਸਤਸੰਗ ਦੇ ਵਿੱਚ ਜਿਉਂਦਾ ਹੈ। ਇਹ ਤਲਵਾਰ ਦੀ ਧਾਰ ਤੇ ਚੱਲ ਕੇ, ਖੰਡੇ ਦੀ ਤਿੱਖੀ ਤੇ ਧਾਰ ਤੇ ਚੱਲ ਕੇ, ਇਹ ਅੱਗ ਦੇ ਛੋਲਿਆਂ ਵਿੱਚੋਂ ਆਪਣੇ ਆਪ ਨੂੰ ਸੜ ਕੇ, ਦਰਦ ਦੀ ਭੱਠੀ ਵਿੱਚ, ਜੀਵਨ ਦੀ ਕੁੜੱਤਣ ਵਿੱਚੋਂ ਪਾਰ ਹੋ ਕੇ ਆਪਣੇ ਪ੍ਰੀਤਮ ਦੇ ਗੱਲ ਨੂੰ ਸੁਣਨਾ, ਬੁੱਝਣਾ, ਮੰਨਣਾ, ਆਪਣੇ ਆਪ ਨੂੰ ਵਾਰਨਾ। ਬਸ ਜਿਵੇਂ ਜਿਵੇਂ ਅਸੀਂ ਕਰਦੇ ਜਾਵਾਂਗੇ, ਪਿਆਰੇ ਦੇ ਦੇਖਦੇ ਉਸ ਦੇ ਵਾਸੀ ਬਣਦੇ ਜਾਵਾਂਗੇ। ਹੁਕਮਨ ਦੀ ਚਾਲ ਸਾਨੂੰ ਆਉਂਦੀ ਜਾਏਗੀ। ਅਸੀਂ ਇਉਂ ਹੀ ਕਹਿ ਸਕਦੇ ਹਾਂ, ਫਿਰ ਮੈਂ ਨਹੀਂ, ਸਭ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਗੁਰੂ ਮਿਹਰ ਕਰੇ ਉਸ ਪਿਆਰੇ ਦੇ ਦੇਸ਼ ਦੇ ਵਾਸੀ ਬਣਨ ਲਈ ਸਾਨੂੰ ਵੀ ਹੁਕਮ ਤੇ ਹਉਮੈ ਦੀ ਪਛਾਣ ਹੋ ਜਾਏ। ਹਉਮੈ ਤੋਂ ਬਚ ਕੇ ਅਸੀਂ ਹੁਕਮੀ ਬੰਦੇ ਬਣ ਕੇ ਆਪਣਾ ਲੋਕ ਪ੍ਰਲੋਕ ਸਿਖਲਾ ਕਰ ਸਕੀਏ ਜੀ। ਇੰਨੇ ਵਜ਼ਨ ਪ੍ਰਵਾਨ ਕਰਨੇ। ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਹਰਜੀਤ ਸਿੰਘ ਜੀ ਦਾ, ਜੋ ਇਸ ਬਹੁਤ ਹੀ ਅਹਿਮ ਵਿਸ਼ੇ ਨੂੰ ਬੜੇ ਵਿਸਥਾਰ ਸਹਿਤ ਆਪ ਜੀ ਨੇ ਨਿਭਾਇਆ ਹੈ। ਅੱਜ ਦੀ ਵਿਚਾਰ ਦੇ ਨਾਲ ਸੰਬੰਧਿਤ ਸੰਗਤ ਵਿੱਚੋਂ ਕਿਸੇ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ। ਹਾਂਜੀ ਸਰ, ਪਰਮਜੀਤ ਸਿੰਘ ਜੀ, ਅਨਮਿਊਟ ਕਰ ਲਓ ਜੀ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਫਤਿਹ ਜੀ। ਬਹੁਤ ਆਨੰਦ ਆਇਆ ਵੀਰ ਜੀ। ਬਸ ਧੰਨਵਾਦ ਕਰਨਾ ਸੀ ਵੀਰ ਜੀ ਦਾ, ਬੜਾ ਹੀ ਆਨੰਦ ਆਇਆ ਅੱਜ, ਬਹੁਤ ਜ਼ਿਆਦਾ। ਮੇਰੇ ਨਾਲ ਕਿਵੇਂ ਛੁੱਟਣਾ ਹੈ, ਕਿਵੇਂ ਹਉਮੈ ਜਾਂਦੀ ਹੈ, ਕਿਹੜੇ ਕਿਹੜੇ ਸ਼ਬਦ ਮਹਾਰਾਜ ਨਾਲ ਲਗਾ ਕੇ ਬਹੁਤ ਆਨੰਦ ਆਇਆ। ਬਹੁਤ ਬਹੁਤ ਧੰਨਵਾਦ ਵੀਰ ਜੀ ਸਿੰਘ ਜੀ ਦਾ ਜੀ। ਬਸ ਧੰਨਵਾਦ ਕਰਨਾ ਸੀ। ਚਲੋ ਧੰਨਵਾਦ ਦੇ ਨਾਲ ਨਾਲ ਮੈਂ ਇੱਕ ਰਿਕੁਐਸਟ ਵੀ ਦੁਹਰਾ ਦੇਣੀ ਚਾਹੁੰਦਾ ਹਾਂ। ਬੜੇ ਕੁਝ ਹਫ਼ਤੇ ਪਹਿਲਾਂ ਡੋਲੀ ਸਿੰਘ ਜੀ ਨੇ ਸੁਜੈਸ਼ਨ ਦਿੱਤੀ ਸੀ, ਹਰਜੀਤ ਸਿੰਘ ਜੀ ਨੂੰ ਕਿਹਾ ਸੀਗਾ ਕਿ ਭਈ ਇੱਥੇ ਇੱਕ ਕਲਾਸ ਹੋਰ ਐਡ ਕਰੋ। ਅੱਛਾ ਜੀ। ਉਦੋਂ ਇਹਨਾਂ ਨੇ ਅਜੇ ਨਿਊਯਾਰਕ ਤੋਂ ਹਿਊਸਟਨ ਮੂਵ ਕਰਨਾ ਸੀਗਾ, ਤਾਂ ਹੁਣ ਹਿਊਸਟਨ ਪਹੁੰਚ ਗਏ, ਸੈਟਲ ਹੋ ਗਏ ਨੇ। ਤੇ ਮੇਰਾ ਖਿਆਲ ਹੈ ਕਿ ਭਈ ਹੁਣ ਇਹ ਰਿਕੁਐਸਟ ਕੰਸੀਡਰ ਕਰ ਲੈਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਵੀਰ ਜੀ, ਬਹੁਤ ਹੀ ਮੇਰਾ ਵੀ ਦਿਲੋਂ ਧੰਨਵਾਦ। ਤੁਸੀਂ ਵਾਹਿਗੁਰੂ ਨੇ ਤੁਹਾਨੂੰ ਜੋ ਬਖਸ਼ਿਸ਼ ਕੀਤੀ ਹੋਈ ਹੈ ਉਹ ਸਭ ਨੂੰ ਵੰਡੋ, ਛਕਾਓ, ਜਿੰਨਾ ਵੱਧ ਚੜ ਕੇ ਕਰ ਸਕੋ ਉਨੀ ਸੇਵਾ ਪੰਥ ਦੀ। ਠੀਕ ਹੈ ਭੈਣ ਜੀ, ਕੋਈ ਨਹੀਂ, ਇਹਦੇ ਬਾਰੇ ਕਰਦੇ ਹਾਂ ਵੀ ਐਮਪੀ ਸਿੰਘ ਨਾਲ ਗੱਲ ਕਰ ਲਾਂ। ਇੱਕ ਨਾ ਤੁਸੀਂ ਹੁਣੇ ਦੱਸਿਆ ਸੀਗਾ ਰੁੱਖਾਂ ਦੀ ਜਿਰਾਂਦ, ਤੇ ਇੱਕ ਉਹਦਾ ਵੀ ਥੋੜਾ ਅਰਥ ਸਮਝਾ ਦਿਓ, ਜਿਉਂ ਪਾਵਕ ਕਾ ਸਹਿਜ ਸੁਭਾਅ। ਹਾਂਜੀ, ਆਵਾਜ਼ ਠੀਕ ਨਹੀਂ ਆਈ ਤੁਹਾਡੀ, ਕੱਟ ਗਈ ਸੀ। ਤੁਸੀਂ ਅੱਜ ਰੁੱਖਾਂ ਦੀ ਜਿਰਾਂਦ ਬਾਰੇ ਬੜਾ ਸੋਹਣਾ ਅਰਥ ਰੁੱਖਾਂ ਦੀ ਸਮਝਾਇਆ। ਜਿਰਾਂਦ ਦੇਖੋ, ਰੁੱਖ ਕੀ ਹੈ? ਤੇ ਅੱਜ ਇੱਕ ਉਹਦਾ ਵੀ ਸਮਝਾ ਦਿਓ, ਜਿਉਂ ਪਾਵਕ ਕਾ ਸਹਿਜ ਸੁਭਾਅ। ਜਿੱਦਾਂ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ ਨਾ, ਬ੍ਰਹਮ ਗਿਆਨੀ ਨਿਰਮਲ ਤੇ ਜਿਉਂ ਪਾਵਕ ਕਾ ਸਹਿਜ ਸੁਭਾਅ। ਜੀ, ਮੈਂ ਪਹਿਲਾਂ ਰੁੱਖਾਂ ਦੀ ਜਿਰਾਂਦ ਦੀ ਗੱਲ ਕਰ ਲਾਂ ਵੀ ਰੁੱਖਾਂ ਦੀ ਜਿਰਾਂਦ ਕੀ ਹੈ। ਇੱਕ ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਹੈ ਜਿਸ ਕਹਿੰਦੇ, ਆਪ ਸਹੰਦੇ ਦੁੱਖ ਜਗ ਵਰਸਾਇਆ, ਕੋਈ ਵਿਰਲੇ ਹੀ ਸਨਮੁਖ ਭਾਣਾ ਪਾਇਆ। ਮੇਰੇ ਕੋਲ ਐਸੇ ਵਾਰ ਤਾਂ ਹੈ ਨਹੀਂ। ਇੱਕ ਮਿੰਟ, ਪਹਿਲੀ ਲਾਈਨ ਦੁਬਾਰਾ ਬੋਲਣਾ ਜੀ। ਆਪ ਸਹੰਦੇ, ਲਾਈਨ ਦੁਬਾਰਾ ਬੋਲਣਾ। ਆਪ ਸਹੰਦੇ ਦੁੱਖ ਜਗ ਵਰਸਾਇਆ। ਜੇ ਡਿਸਪਲੇ ਕਰ ਦਿਓ ਤਾਂ ਸਾਰੀ ਸਮਝ ਸਾਨੂੰ ਆ ਜਾਏਗੀ। ਹਾਂ ਕਰਨ ਲੱਗਾ ਮੈਂ, ਡਿਸਪਲੇ ਹੋ ਗਿਆ। ਆਪ ਸਹੰਦੇ ਦੁੱਖ ਜਗ ਵਰਸਾਇਆ, ਕੋਈ ਬਿਰਲੇ ਹੀ ਸਨਮੁਖ ਭਾਣਾ ਪਾਇਆ। ਬਹੁਤ ਸਾਲ ਪਹਿਲਾਂ ਮੈਂ ਇਹਨੂੰ ਪੜ੍ਹਿਆ ਸੀ ਜੀ। ਇਹੀ ਵਾਲੀ ਹੈ ਨਾ? ਹਾਂਜੀ, ਇਹੋ ਹੀ ਹੈ ਜੀ। ਲਾਸਟ ਉਹਦੀ ਪੰਕਤੀ ਹੈ ਨਾ, ਬਿਰਲੇ ਹੀ ਸਨਮੁਖ ਵਾਲੀ। ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ। ਦੇਖੋ, ਧਰਤੀ ਤੇ ਜਿਹੜਾ ਰੁੱਖ ਹੈ ਨਾ, ਇਹ ਸਿਰ ਦੇ ਭਾਰ ਖੜਾ ਹੁੰਦਾ ਹਮੇਸ਼ਾ ਹੀ। ਕਦੀ ਖਿਆਲ ਕਰੋ ਤਾਂ, ਸਿਰ ਦੇ ਭਾਰ ਦਾ ਮਤਲਬ ਜੜ੍ਹਾਂ ਉਹਦੀਆਂ ਥੱਲੇ ਹੀ ਜ਼ਮੀਨ ਦੇ ਵਿੱਚ ਹੀ ਹੁੰਦੀਆਂ ਨੇ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਸਿਰ ਉਹਦਾ ਹਮੇਸ਼ਾ ਧਰਤੀ ਦੇ ਵਿੱਚ ਹੀ। ਇੰਨੀ ਨਿਮਰਤਾ ਹੈ ਰੁੱਖ ਦੇ ਵਿੱਚ ਵੀ ਉਹ ਸਿਰ ਦੇ ਭਾਰ ਹੀ ਥੱਲੇ ਧਰਤੀ ਵਿੱਚ ਗੱਡਿਆ ਰਹਿੰਦਾ ਹੈ।
ਆਪ ਸਹੰਦੇ ਦੁੱਖ ਜਗ ਵਰਸਾਏ। ਜਗਤ ਨੂੰ ਛਾਂ ਦੇਣੀ, ਫਲ ਦੇਣਾ, ਆਕਸੀਜਨ ਦੇਣੀ, ਆਪਣੇ ਕਸ਼ਟ ਆਪ ਪੁੱਠਾ, ਜਦੋਂ ਕਹਿੰਦੇ ਨਾ ਪੁੱਠਾ ਜ਼ਮੀਨ ਵਿੱਚ ਗੱਡ ਕੇ ਵੀ ਆਪਣੇ ਆਪ ਨੂੰ ਉਹ ਜਗਤ ਨੂੰ ਸੁੱਖ ਦੇ ਰਿਹਾ ਹੈ। ਆਪਣੇ ਤੇ ਦੁੱਖ ਸਹਾਰ ਕੇ ਵੀ ਦੁੱਖ ਬਣ ਰਿਹਾ ਹੈ। ਫਲ ਦੇ ਲਾਹਨ, ਜਿਹੜਾ ਫਲ ਉਹਨੂੰ ਦੇ ਕੇ ਭੁੱਖ ਲਾਉਂਦਾ ਹੈ, ਦੂਜਿਆਂ ਦੀ ਭੁੱਖ ਉਤਾਰਦਾ ਹੈ। ਫਿਰ ਘਣੀ ਛਾਂ ਦਿੰਦਾ ਹੈ। ਗਰਮੀਆਂ ਦੀ ਰੁੱਤ ਹੋਵੇ ਤੇ ਕਿਤੇ ਰਾਹੀ ਤੁਰਿਆ ਜਾਂਦਾ ਹੋਵੇ, ਉਹਨੂੰ ਰੁੱਖ ਦੀ ਘਣੀ ਛਾਂ ਮਿਲ ਜਾ ਕੇ ਸੰਘਣੀ, ਤੇ ਜੋ ਆਨੰਦ ਉਹਦੇ ਵਿੱਚ ਆਉਂਦਾ ਸ਼ਾਇਦ ਉਹ ਏਸੀ ਦੇ ਵਿੱਚ ਬੈਠ ਕੇ ਨਹੀਂ ਆਉਂਦਾ। ਜੋ ਉਹਦਾ ਆਨੰਦ ਹੈ ਨੈਚੁਰਲ ਜਿਹੜੀ ਛਾਂ ਹੁੰਦੀ ਹੈ ਰੁੱਖ ਦੀ। ਕਿਉਂਕਿ ਮੈਂ ਪਿੰਡਾਂ ਦਾ ਜੀਵਨ ਜੀਆ, ਇਸ ਕਰਕੇ ਮੈਂ ਉਹ ਦੱਸ ਸਕਦਾ। ਵੱਢਣ ਆਏ ਮਨੁੱਖ ਆਪ ਤਸ਼ਾਇਆ। ਤਸ਼ਾਇਆ ਦਾ ਅਰਥ ਦਾ ਛਲਾ ਲੈਣਾ। ਕੋਈ ਵੱਢਣ ਆ ਜਾਏ ਨਾ, ਕਦੀ ਨਹੀਂ ਕਹਿੰਦਾ ਮੈਨੂੰ ਨਾ ਵੱਢੀ, ਆਪਣੇ ਆਪ ਹੀ ਉਹਨੂੰ ਕਹਿੰਦਾ ਲੋ ਜੋ ਕਰਨਾ ਕਰ ਲੈ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਦੇ ਬਿਰਲੇ ਹੀ ਦੁੱਖ ਨੇ ਜਿਹੜੇ ਹੁਕਮੀ ਬੰਦੇ ਬਣਦੇ ਨੇ, ਜਿਨ੍ਹਾਂ ਨੂੰ ਭਾਣੇ ਦੇ ਵਿੱਚ ਆਉਂਦੇ ਨੇ। ਬਿਰਲੇ ਹੀ ਸਨਮੁਖ, ਜਿਹੜੇ ਵਾਹਿਗੁਰੂ ਦੇ ਸਨਮੁਖ ਹੋ ਜਾਂਦੇ ਆ, ਜਿਹਨੂੰ ਭਾਣਾ ਚੰਗਾ ਲੱਗਦਾ, ਭਾਣੇ ਨੂੰ ਪਾ ਜਾਂਦੇ ਨੇ। ਇਹਦਾ ਜਿਹੜਾ ਰੁੱਖਾਂ ਦੀ ਜਰਾਂਦ ਹੈ ਇਹ ਹੈ। ਸਾਰੇ ਭਾਈ ਗੁਰਦਾਸ ਜੀ ਦੀ ਇਸ ਪੌੜੀ ਦੇ ਵਿੱਚੋਂ ਸਾਨੂੰ ਰੁੱਖਾਂ ਦੀ ਜਰਾਂਦ ਦਾ ਸਮਝ, ਮਨੁੱਖ ਦੀ ਇਹੋ ਜਿਹੀ ਜ਼ਿੰਦਗੀ ਹੋਣੀ ਚਾਹੀਦੀ ਹੈ ਰੁੱਖਾਂ ਦੀ ਜਰਾਂਦ ਵਰਗੀ। ਇਹ ਤੇ ਰੁੱਖਾਂ ਦੀ ਜਰਾਂਦ ਤੇ ਹੈ। ਜੋ ਪਾਵਕ ਹੈ ਸਹਿ ਸੁਭਾਅ, ਮੈਂ ਅਜੇ ਨਹੀਂ ਦੱਸ ਸਕਦਾ ਕੁਛ ਵੀ, ਜਦ ਤੱਕ ਮੈਨੂੰ ਪੂਰਾ ਪੜ੍ਹ ਨਹੀਂ ਲੈਂਦਾ ਮੈਂ ਤੁਹਾਡਾ ਅਜੇ ਵਿਚਾਰ ਉਹਦੀ ਨਹੀਂ ਕਰ ਸਕਦਾ। ठीक है जी, बहुत ही अच्छा। बहुत आज पहली बार इतना अच्छी तरह समझ आया रुखां दी जरांद। बहुत अच्छा जी, बहुत मेहरबानी। बस ਇਹ ਆਖਰੀ ਅਰਥ ਜਿਰਾਂਦ ਦਾ ਤੇ ਹੋਏਗਾ ਇਹ ਸਹਾਰਨ ਸ਼ਕਤੀ ਹਾਂਜੀ, ਜਰਨਾ। ਜਰ ਲੈਣਾ। ਹਾਂਜੀ, पर जेड़ा सिर दे भार खड़े वाला तुसी हाँ, आज ना तो भाई गुरदास जी दी दसी है ना। हाँ जी, ਉਹ ਡਿਸਕ੍ਰਿਪਸ਼ਨ ਜਿਹੜੀ ਹੈ ਉਹ ਬੜੀ ਮਤਲਬ ਬਹੁਤ ਹੀ ਕਲੈਰਿਟੀ ਦਿੰਦੀ ਹੈ। हाँ जी। ਮੈਨੂੰ ਬਹੁਤ ਸਾਲ ਹੋ ਗਏ, ਮੈਂ ਪਹਿਲਾਂ ਕੀਰਤਨ ਸੁਣਿਆ ਸੀ ਇਹਦਾ, ਤੇ ਭਾਈ ਮਹਿੰਦਰ ਸਿੰਘ SDO ਸੀਗੇ ਜਿਹੜੇ ਅਖੰਡ ਕੀਰਤਨ ਜੱਥੇ 'ਚ ਕੀਰਤਨ ਕਰਦੇ ਸੀ, ਉਹਨਾਂ ਕੋਲੋਂ ਮੈਂ ਕੀਰਤਨ ਸੁਣਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਨ ਦਿਹਾੜੇ ਦੇ ਉੱਤੇ ਦਿੱਲੀ ਦੇ ਸਮਾਗਮ ਹੋਇਆ ਸੀ ਕੋਈ, ਸੀਸਗੰਜ ਸਾਹਿਬ ਸ਼ਾਇਦ। ਤਾਂ ਸੀਸਗੰਜ ਉਹਨਾਂ ਨੇ ਕੀਰਤਨ ਹੋ ਜਾਏਗਾ 50 ਸਾਲ ਤੋਂ ਵੀ ਪੁਰਾਣੀ ਗੱਲ ਹੋਏਗੀ, ਮਤਲਬ ਜਿਹੜੀ ਇਹ ਉਹਨਾਂ ਨੇ ਜਦੋਂ ਕੀਰਤਨ ਕੀਤਾ ਹੋਏਗਾ, ਆਲਮੋਸਟ 50 ਸਾਲ ਦੇ ਕਰੀਬ ਦੇ ਕਰੀਬ। ਤੇ ਉਹ ਉਹਦੀ ਕਿਤੋਂ ਕੈਸਟ ਮੇਰੇ ਉਦੋਂ ਦੂਜੀਆਂ ਕੈਸਟ ਹੁੰਦੀਆਂ ਸੀ, ਉਹ ਮੈਨੂੰ ਮਿਲ ਗਈ ਤੇ ਮੈਂ ਉਹਨੂੰ ਸੁਣਦਾ ਰਿਹਾ। ਸੁਣਦਾ ਹੀ ਬਹੁਤ ਸੀ, ਜ਼ਿਆਦਾ ਸੁਣਦੇ ਸੀ। ਸੁਣ ਕੇ ਜਦੋਂ ਪੜ੍ਹਿਆ ਇਹਨੂੰ ਤੇ ਪਤਾ ਲੱਗਾ ਅਸਲ ਵਿੱਚ ਵੀ ਰੁੱਖਾਂ ਦੀ ਜਰਾਂਦ ਕੀ ਹੁੰਦੀ ਹੈ। ਉਹੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਮੈਨੂੰ ਉਦੋਂ ਸਮਝ ਆਈ ਸੀ। बहुत मेहरबानी वीर जी, प्रसाद बनते रहा करो बस ਇਹੋ ਜਿਹਾ। ਉਹ ਮਾਲਕ ਨੇ ਬਖਸ਼ਿਆ ਜੀ, ਉਹ ਤੁਹਾਨੂੰ ਅਸੀਂ ਆਪੇ ਸਾਂਝਾ ਕਰ ਲੈਂਦੇ ਹਾਂ। ਵੰਡਣਾ ਤਾਂ ਕੀ ਹੈ, ਸਾਂਝਾ ਹੀ ਕਰ। हाँ जी, हाँ जी। आत्मक भोजन ਦੀ ਸਾਰਿਆਂ ਦੀ ਖੁਰਾਕ ਨੂੰ ਸਭ ਨੂੰ ਬਹੁਤ ਲੋੜ ਹੈ ਜੀ। ਉਹ ਬਹੁਤ ਹੀ ਮਿਹਰਬਾਨੀ MP ਵੀਰ ਜੀ ਦੀ ਵੀ, ਤੁਹਾਡੀ ਵੀ। ਮੈਂ ਤਾਂ ਬੇਨਤੀ ਕੀਤੀ ਸੀ ਵੀ ਮੈਂ ਨਹੀਂ ਸਜਾਈ ਵੱਡੀ, ਤੇ ਮੈਂ ਮਤਲਬ ਵੀਡੀਓ ਨਹੀਂ ਕਰਨੀ, ਪਰ MP ਸਿੰਘ ਜੀ ਕਹਿੰਦੇ ਨੇ ਜਿਸ ਤਰ੍ਹਾਂ ਦੀ ਹੈਗੀ ਉਹ ਵੀਡੀਓ ਕਰ ਲਓ। ਨਹੀਂ ਹੁਣ ਤੁਹਾਨੂੰ ਸਰੀਰਕ ਤਕਲੀਫ ਹੈਗੀ ਹੈ ਤੇ ਉਹਦੇ ਵਿੱਚ ਹੁਣ ਜੋ ਮਜਬੂਰੀ ਵਿੱਚ ਜੋ ਹੈ, ਕੋਈ ਮਰਿਆਦਾ ਦੀ ਉਲੰਘਣਾ ਥੋੜਾ ਹੈ। ਨਹੀਂ ਲੱਗਣਾ ਤਾਂ ਨਹੀਂ ਮੈਂ ਕਹਿ ਰਿਹਾ, ਪਰ ਆਪਣੇ ਆਪ ਨੂੰ ਲੱਗਦਾ ਹੁੰਦਾ ਕਈ ਵਾਰੀ। ਨਹੀਂ ਠੀਕ ਪਰ ਬਹੁਤ ਸੋਹਣੀ ਸਜਾਈ ਹੈ। ਇਹ ਸੁਣ ਕੇ ਅੱਜ ਹੋਰ ਪੜ੍ਹ ਕੇ ਜਾਂ ਸੁਣ ਕੇ ਜਾਂ ਵਿਚਾਰ ਕਰਕੇ ਹੋਰ ਆਨੰਦ ਆ ਗਿਆ। ਹਾਂ ਠੀਕ ਹੈ ਜੀ। ਹਾਂਜੀ, ਸੰਗਤ ਵਿੱਚੋਂ ਹੋਰ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਸੁਝਾਅ? तो कल और परसों की क्लास जो गुरु अर्जन पातशाह की उच्चारण की हुई बाणी 52 अखरी है, वो तकरीबन हुण असीं अखीरली स्टेज ते पहुँच गए हैं। ਉਹਦੇ जो आखिरी पौड़ियां हैं ਹੁਣ कल और परसों उन्होंने विचार होकर तो परसों समाप्ति हो जाएगी। MP ਸਿੰਘ ਜੀ, ਜੋ ਕੁਛ ਅੱਗੇ ਕੋਈ ਸਬਜੈਕਟ ਵੀ ਸ਼ੁਰੂ ਕਰਨਾ ਹੋਵੇ ਤਾਂ ਮੈਨੂੰ ਥੋੜਾ ਜਿਹਾ ਹਿੰਟ ਦੇ ਦਿਓ, ਤੇ ਮੈਂ ਕਿਉਂਕਿ ਉਸ ਹਿਸਾਬ ਨਾਲ ਉਹਦੇ ਅੱਗੇ ਥੋੜੀ ਬਹੁਤੀ ਤਿਆਰੀ ਕਰ ਲਾਂ ਜਾਂ ਪੜ੍ਹਨਾ। ਜੇ ਕੋਈ ਹੋਰ ਆਪਾਂ ਕਲਾਸ ਤੋਂ ਬਾਅਦ ਹੁਣੇ ਡਿਸਕਸ ਕਰ ਲੈਂਦੇ ਹਾਂ। ਠੀਕ ਹੈ ਜੀ ਸਰ। ਜਾਂ ਜੇ ਕਲਾਸ ਚੋਂ ਕਿਸੇ ਦੀ ਕੋਈ ਸੁਜੈਸ਼ਨ ਹੋਵੇ ਤਾਂ ਉਹ ਜ਼ਰੂਰ ਆਪਣਾ ਸੁਝਾਅ ਦੇ ਦਿਓ। ਮੇਰਾ ਸਲਾਹ ਹੈਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਥੋੜੇ ਹੀ ਨੇ, ਗੁਰੂ ਸਾਹਿਬ ਜੀ 59 ਸ਼ਬਦ ਨੇ। 59 ਸ਼ਬਦ ਨੇ, ਕੋਈ ਗੱਲ ਨਹੀਂ, ਕਿਤੇ ਜਾ ਸਕਦੇ ਨੇ ਮੇਰੇ ਖਿਆਲ ਨਾਲ। ਅੱਗੇ ਉਹੀ ਤੇ ਕਰ ਹੀ ਰਹੇ ਆਪਾਂ, ਸਿੱਧ ਗੋਸ਼ਟੀ ਅੱਗੇ ਬਣੀ ਭਵਨ ਕਰੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਵੈਸੇ ਨਾ ਮੇਰੀ ਪਰਸਨਲ ਥਿੰਕਿੰਗ ਇਹ ਹੈ ਕਿ ਬਈ ਬਹੁਤੇ ਔਖੇ ਹੈ ਨਹੀਂਗੇ। ਹਾਂਜੀ ਹਾਂਜੀ।
ਥੋੜੇ ਜਿਹੇ ਵੀ ਕਰ ਲੈ ਜਾਣ ਦੋ ਤਾਂ ਦੋ ਬਾਕੀ ਵੀ ਲੈ ਜਾ ਸਕਦੇ ਨੇ ਇਕੱਠੇ। ਹਾਂ ਇੱਕ ਦਿਨ 'ਚ 2 ਵੀ ਹੋ ਸਕਦੇ ਨੇ। ਹਾਂਜੀ, ਮਿਲਦੇ ਜੁਲਦੇ ਜਿਹੜੇ ਨੇ ਸ਼ਬਦ ਤਕਰੀਬਨ। ਚਲੋ ਇੱਕ 'ਚ ਆਪਸ਼ਨ ਹੋ ਗਈ, ਹੋਰ ਵੀ ਕਿਉਂਕਿ ਗੁਰਪੁਰਬ ਵੀ ਹੈਗਾ, ਲੋਕਾਂ ਨੂੰ ਥੋੜਾ ਹੋ ਵੀ ਜਾਏਗਾ ਤੇ ਉਹ ਇੱਕ ਸਾਡਾ ਸੈੱਟ ਵੀ ਬਣ ਜਾਏਗਾ 400 ਸਾਲਾਂ ਨੂੰ ਸਮਰਪਿਤ। ਠੀਕ ਹੈ ਜੀ, ਇਹਨੂੰ ਇੱਕ ਚੋਇਸ ਵੀ ਰੱਖ ਲੈਂਦੇ। ਚਲੋ ਠੀਕ ਹੈ ਜੀ। ਹਾਂਜੀ ਸਰ ਕਿੱਕਰ ਸਿੰਘ ਜੀ, ਕੁਛ ਆਪਣੇ ਵੱਲੋਂ ਕੋਈ ਗੱਲ ਸਾਂਝੀ ਕਰਨੀ ਚਾਹ ਰਹੇ ਨੇ ਸ਼ਾਇਦ ਦਰਵੇਸ਼ਾਂ ਦੀ ਜਿਰਾਨ, ਰੁੱਖਾਂ ਦੀ ਜਿਰਾਨ ਦੇ ਬਾਰੇ। ਹਾਂਜੀ 10 ਦਿਨ ਹੋਰ ਜੀ ਕੁਝ ਹੋ ਸਕਦਾ ਐਡ ਆਪਾਂ ਨੂੰ ਕਰ ਸਕਦੇ ਹਾਂ। ਹਾਂਜੀ ਵੀਰ ਜੀ ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੋਲੋ ਜੀ। ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ, ਬੋਲੋ ਜੀ। ਉਹ ਤਾਂ ਵੀਰ ਜੀ ਹਰਜੀਤ ਸਿੰਘ ਜੀ ਨੂੰ ਮਤਲਬ ਦੱਸਣਾ ਹੀ ਸੀਗਾ ਵੀ ਜੇ ਉਹਨਾਂ ਨੇ ਵਿਆਖਿਆ ਕਰਨੀ ਸੀ ਜਿਰਾਨ ਦੀ। ਅੱਛਾ ਤੇ ਟੌਪਿਕ ਦੱਸਦੇ ਸੀ। ਓਕੇ ਠੀਕ ਹੈ, ਧੰਨਵਾਦ ਜੀ, ਧੰਨਵਾਦ। ਹਾਂਜੀ ਠੀਕ ਹੈ ਜੀ, ਫਿਰ ਅੱਜ ਦੀ ਕਲਾਸ ਦੀ ਫਿਰ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।